जन्म तुम्हारे लिखे, लिखे विच लायो जी जन्म तुम्हारे लिखे, लिखे विच लायो जी जन्म तुम्हारे लिखे, लिखे बिच लायो जी जन्म तुम्हारे लिखे, लिखे विच लायो जी जन्म तुम्हारे लिखे, लिखे बिच लायो जी जन्म तुम्हारे लिखे, लिखे बिच लायो जी जन्म तुम्हारे लिखे, लिखे विच लायो जी जन्म तुम्हारे लिखे, लिखे विच लायो जी जन्म तुम्हारे लिखे, लिखे बिच लायो जी जन्म तुम्हारे लिखे, लिखे विच लायो जी जन्म तुम्हारे लिखे, जन्म तुम्हारे लिखे, जन्म तुम्हारे लिखे, जन्म तुम्हारे, जन्म तुम्हारे लिखे, 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 ओ जन्म तुम्हारे लिखे, 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 जन्म तुम्हारे, जन्म तुम्हारे लिखे, ओ जन्म तुम्हारे लिखे, ओ जन्म तुम्हारे लिखे, जन्म तुम्हारे लिखे, जन्म तुम्हारे लिखे, ओ जन्म तुम्हारे लिखे, जन्म तुम्हारे लिखे, जन्म तुम्हारे लिखे, जन्म तुम्हारे लिखे, लिखे बिच लायो जी जन्म तुम्हारे लिखे, लिखे बिच लायो जी जन्म तुम्हारे लिखे, लिखे विच लायो जी जन्म तुम्हारे लिखे, लिखे विच लायो जी जन्म तुम्हारे लिखे, लिखे बिच लायो जी जन्म तुम्हारे लिखे, लिखे विच लायो जी जन्म तुम्हारे लिखे, हम सर दीन दयाल न तुम सर, अब पत्यार क्या कीजै, बचनी तोर मोर मन माने, जन को पूरन दीजै, हाँ बल बल जाऊं रमैया कारने, कारण कवने अबोल, बहुत जन्म बिसरे थे मादो, यह जन्म तुम्हारे लेखे, कह रविदास आस लग जीवो, चिर प्यो दर्शन देखे, लेखे विच लालो जी जन्म तुम्हारे लिखे, लेखे विच लालो जी जन्म तुम्हारे लिखे, लिखे विच लालो जी जन्म तुम्हारे
जन्म तुम्हारे लिखे विच लालो जी जन्म तुम्हारे लिखे लेखे 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 विच लालो जी जन्म तुम्हारे लिखे 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 हो जन्म तुम्हारे लिखे जन्म तुम्हारे लिखे तो जन्म तुम्हारे लिखे 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 लेखे विच लालो जी जन्म तुम्हारे लिखे लेखे विच लायो जी जन्म तुम्हारे लिखे लेखे विच लालो 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 जी जन्म तुम्हारे लिखे बहुत जन्म बिसरे के मावे जन्म तुम्हारे लेखे कहे रविदास आस लग जीवो सिर पे दर्शन देखे ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਸੰਤ ਮੰਡਲ ਮੰਗਲਮੇ ਮੂਰਤੀ ਮਾਤਾ ਬੋ ਦੇਵੀਓ ਪ੍ਰੇਮੀ ਸੱਜਣੋ ਆਪ ਸਭ ਸੰਗਤਾਂ ਬੜੇ ਹੀ ਉੱਤਮ ਕਰਮਾਂ ਵਾਲੇ ਹੋ ਜੋ ਕਿ ਹਰ ਸਾਲ ਦੀ ਤਰ੍ਹਾਂ ਰਵਿਦਾਸ ਮਹਾਰਾਜ ਜੀ ਦੇ ਅਵਤਾਰ ਪੁਰਬ ਦੇ ਸੰਬੰਧ ਦੇ ਵਿੱਚ ਸਤਿਗੁਰਾਂ ਦੀ ਬਾਣੀ ਦਾ ਆਨੰਦ ਮਾਣੀਏ ਤੇ ਨਾਲ ਦੇ ਨਾਲ ਕਲਯੁਗ ਮੇ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਆਪ ਸਾਰੇ ਨਗਰ ਨਿਵਾਸੀ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਜੁੜੇ ਹੋ ਰਵਿਦਾਸ ਮਹਾਰਾਜ ਜੀ ਦਾ ਅਵਤਾਰ ਪਰਬ ਮਨਾ ਰਹੇ ਹੋ। ਇਸ ਨੂੰ ਮਨਾਉਣ ਦਾ ਮਕਸਦ ਕੀ ਹੈ? ਸਾਲ ਮਗਰੋਂ ਇਹ ਦਿਨ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਇਸ ਦੇ ਨਾਲ ਸਾਨੂੰ ਕੀ ਪ੍ਰਾਪਤ ਹੁੰਦਾ ਹੈ? ਇਹ ਮਨਾਉਣ ਦੇ ਨਾਲ ਸਾਨੂੰ ਕੀ ਪ੍ਰਾਪਤ ਹੁੰਦਾ ਹੈ? ਸਾਰੇ ਆਪਾਂ ਇਸ ਦਿਨ ਸਜ ਧਜ ਕੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਪਹੁੰਚਦੇ ਹਾਂ। ਇਸ ਨੂੰ ਮਨਾਉਣਾ ਜਾਂ ਨਾ ਮਨਾਉਣਾ ਰਵਿਦਾਸ ਮਹਾਰਾਜ ਜੀ ਨੂੰ ਇਸ ਦਾ ਕੋਈ ਫਰਕ ਨਹੀਂ।
ਮਨਾਉਣਾ ਤਾਂ ਅਸੀਂ ਆਪਦੇ ਮਨ ਨੂੰ ਹੈ ਕਿ ਜੋ ਰਵਿਦਾਸ ਮਹਾਰਾਜ ਜੀ ਸਾਨੂੰ ਪੂਰਨੇ ਪਾ ਕੇ ਗਏ ਨੇ, ਅੱਜ ਦੇ ਦਿਨ ਅਸੀਂ ਚੇਤੇ ਕਰਦੇ ਹਾਂ ਰਵਿਦਾਸ ਮਹਾਰਾਜ ਜੀ ਦਾ ਐਸਾ ਜੀਵਨ। ਰਵਿਦਾਸ ਮਹਾਰਾਜ ਜੀ ਨੇ ਆਹ ਕਰਿਆ, ਰਵਿਦਾਸ ਮਹਾਰਾਜ ਜੀ ਨੇ ਆਹ ਕਰਿਆ, ਅੱਜ ਦੇ ਦਿਨ ਅਸੀਂ ਚੇਤੇ ਕਰਦੇ ਹਾਂ। ਫਿਰ ਉਸ ਤੋਂ ਬਾਅਦ ਸਾਡਾ ਕੀ ਫਰਜ਼ ਬਣਦਾ ਹੈ ਵੀ ਜਿਹੜਾ ਮਨ ਸਾਡਾ ਨਾ, ਇਹਦੇ ਬੜੇ ਟੁਕੜੇ ਹੋਏ ਪਏ ਨੇ, ਇਸ ਮਨ ਕੇ ਟੁਕੜੇ ਹੋਏ ਹਜ਼ਾਰ, ਕੋਈ ਜਹਾਂ ਗਿਰਾ ਕੋਈ ਬਾਹਾਂ ਗਿਰਾ, ਮਨ ਖਿੜਿਆ ਪਿਆ। ਇਹ ਦਿਨ ਤੋਂ ਅਸੀਂ ਇਹ ਸਿੱਖਿਆ ਲੈ ਕੇ ਚੱਲਣਾ ਹੈ ਵੀ ਅਸੀਂ ਵੀ ਆਪਣਾ ਜੀਵਨ ਕਿਤੇ ਰਵਿਦਾਸ ਮਹਾਰਾਜ ਵਰਗਾ ਬਣਾ ਲਈਏ। ਇਹ ਨਹੀਂ ਵੀ ਸਾਲ ਮਗਰੋਂ ਇੱਕ ਦਿਨ ਆਇਆ, ਸਾਰੇ ਇਕੱਠੇ ਹੋ ਗਏ, ਦਿਨ ਮਨਾ ਲਿਆ, ਪਾਠ ਹੋ ਗਿਆ, ਲੰਗਰ ਛਕ ਲਿਆ, ਇੱਕ ਦਿਨ ਅਸੀਂ ਸੇਵਾ ਕਰ ਲਈ ਵੀ ਖਾਨੀ ਗੱਲ ਮੁੱਕ ਗਈ। ਨਹੀਂ ਪਿਆਰਿਆ, ਇਹ ਤਾਂ ਇੱਕ ਜਾਗ ਲੱਗਦਾ ਹੈ, ਇਹ ਮਨ ਨੂੰ ਮਨਾਉਣ ਦਾ, ਮਨ ਨੂੰ ਸਮਝਾਉਣ ਦਾ। ਆਓ ਕੁਝ ਸਮਾਂ ਆਪਾਂ ਵਿਚਾਰਾਂ ਕਰਨੀਆਂ ਨੇ। ਭੰਡਾਰ ਵਾਲਿਆਂ ਨੂੰ ਬੇਨਤੀ ਹੈ, ਜਿਹੜੇ ਭਾਂਡੇ ਜੇ ਖੜਕਾਉਂਦੇ ਨੇ, ਭਾਂਡੇ ਤਾਂ ਘਰਾਂ 'ਚ ਬਹੁਤ ਖੜਕੇ ਜਾਂਦੇ ਐ, ਇਸ ਕਰਕੇ ਜਿਹੜਾ ਸਮਾਂ ਮਿਲਿਆ ਆਪਾਂ ਨੂੰ ਘੰਟਾ, ਆਪਾਂ ਇਹਦਾ ਲਾਹਾ ਲਈਏ। ਪਹਿਲਾਂ ਭੰਡਾਰ ਵਾਲੇ ਸੇਵਾਦਾਰਾਂ ਨੂੰ ਬੇਨਤੀ ਹੈ ਵੀ ਤੁਸੀਂ ਵੀ ਆ ਕੇ ਪੰਡਾਲ 'ਚ ਸੱਜ ਜਾਓ, ਕਿਉਂਕਿ ਜਿਹੜਾ ਇਹ ਸਮਾਂ ਇਹ ਬਾਰ-ਬਾਰ ਪ੍ਰਾਪਤ ਨਹੀਂ ਹੁੰਦਾ, ਬੜੇ ਭਾਗਾਂ ਦੇ ਨਾਲ ਇਹ ਸਮਾਂ ਪ੍ਰਾਪਤ ਹੁੰਦਾ ਹੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਕਹਿੰਦੇ ਬਿਨਾ ਭਾਗਾਂ ਤੋਂ ਇਹ ਸਮਾਂ ਨਹੀਂ ਪ੍ਰਾਪਤ ਹੁੰਦਾ। ਜੇ ਇਹ ਸਮਾਂ ਸਾਨੂੰ ਪ੍ਰਾਪਤ ਨਾ ਹੋਵੇ ਤਾਂ ਸਾਡੇ ਅੰਦਰ ਵਿਕਾਰਾਂ ਰੂਪੀ ਮੈਲ ਭਰ ਜਾਂਦੀ ਹੈ। ਜਦੋਂ ਅਸੀਂ ਇਹ ਸਮੇਂ ਦੇ ਵਿੱਚ ਜੁੜਦੇ ਹਾਂ, ਸਾਨੂੰ ਗਿਆਨ ਮਿਲਦਾ ਹੈ। ਸੰਗਤ ਸਾਰ ਹੈ। ਗਰੀਬਦਾਸ ਮਹਾਰਾਜ ਜੀ ਬਾਣੀ 'ਚ ਕਹਿੰਦੇ ਸੰਗਤ ਸਾਰ ਹੈ। ਸਕਲ ਕਸੰਗ ਸਭ ਜੀਵ, ਪਾਣੀ ਸੇ ਨਿਕਸੇ ਨਹੀਂ, ਨੇਕ ਯਤਨ ਕਰ ਕੀਵ। ਕਹਿੰਦੇ ਜਿਹੜੀ ਇਹ ਸੰਗਤ ਹੈ, ਸਾਰ ਹੈ। ਇਸ ਨੂੰ ਬੜਾ ਉੱਚਾ ਦੱਸਿਆ ਹੈ। ਕਬੀਰ ਸਾਹਿਬ ਮਹਾਰਾਜ ਕਹਿੰਦੇ ਕਥਾ ਕੀਰਤਨ ਕਲ ਵਿਖੈ। ਕਹਿੰਦੇ ਕਥਾ ਕੀਰਤਨ ਕਲਯੁਗ ਦੇ ਵਿੱਚ, ਕਥਾ ਕੀਰਤਨ ਕਲ ਵਿਖੈ, ਭਵ ਸਾਗਰ ਕੀ ਨਾਵ। ਕਹਿੰਦੇ ਜਿਹੜਾ ਕਥਾ ਤੇ ਕੀਰਤਨ ਹੈ, ਜਿਵੇਂ ਇੱਕ ਕਿਸੇ ਨਦੀ ਨੂੰ ਜਾਂ ਸਮੁੰਦਰ ਨੂੰ ਤੇ ਸਾਗਰ ਨੂੰ ਪਾਰ ਕਰਨਾ ਹੋਵੇ, ਉਹਦੇ ਵਾਸਤੇ ਇੱਕ ਕਿਸ਼ਤੀ ਦੀ ਜ਼ਰੂਰਤ ਪੈਂਦੀ ਹੈ ਨਾ ਸਾਰਿਆਂ ਨੂੰ। ਕਿਸੇ ਨਦੀ ਨੂੰ, ਸਮੁੰਦਰ ਨੂੰ ਪਾਰ ਕਰਨਾ ਹੋਵੇ, ਉਹਦੇ ਵਾਸਤੇ ਇੱਕ ਕਿਸ਼ਤੀ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਕਬੀਰ ਸਾਹਿਬ ਮਹਾਰਾਜ ਕਹਿੰਦੇ ਕਥਾ ਕੀਰਤਨ ਕਲ ਵਿਖੈ, ਕਲਯੁਗ ਦੇ ਵਿੱਚ, ਭਵ ਸਾਗਰ ਕੀ ਨਾਵ। ਕਹਿੰਦੇ ਭਵ ਸਾਗਰ ਦੀ ਨਾਵ ਹੈ। 10 ਕੁਟੀਆਂ 'ਚ ਵੀ ਬੋਲ ਕੇ ਗਿਆ ਸੀ, ਦੁਬਾਰਾ ਫੇਰ ਰਿਪੀਟ ਕਰ ਲਈਏ। ਭਵ ਸਾਗਰ ਦਾ ਹੀ ਕਿਉਂ ਦਰਜਾ ਦਿੱਤਾ ਹੈ? ਇਹ ਸੰਸਾਰ ਨੂੰ ਸਾਗਰ ਦਾ ਦਰਜਾ ਦਿੱਤਾ ਹੈ। ਬੜੇ ਧਿਆਨ ਨਾਲ ਸੁਣਿਓ ਪਿਆਰਿਓ, ਹਰ ਇੱਕ ਜਗ੍ਹਾ ਇਹੀ ਗੱਲ ਕਹੀ ਜਾਂਦੀ ਹੈ ਨਾ, ਭਵ ਸਾਗਰ ਤੋਂ ਪਾਰ ਹੋਣਾ ਹੈ। ਭਵ ਸਾਗਰ ਤੋਂ ਸਾਗਰ ਕਿਹਾ ਜਾਂਦਾ ਹੈ। ਸਾਗਰ ਦਾ ਮਤਲਬ ਕੀ ਹੈ? ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਸਮੁੰਦਰ ਤੇ ਗਏ ਹੋਣਗੇ, ਸਾਰੇ ਤਾਂ ਨਹੀਂ ਖੈਰ ਗਏ ਹੋਣੇ, ਕੁਝ ਕੁ ਲੋਕ ਸਮੁੰਦਰ ਤੇ ਗਏ ਹੋਣਗੇ, ਜਾਂ ਕੋਈ ਵਿਦੇਸ਼ਾਂ ਦੇ ਵਿੱਚ ਦੇਖਿਆ ਹੋ, ਜਾਂ ਕੋਈ ਬੰਬੇ ਗਏ ਹੋਣਗੇ, ਜਿੱਥੇ ਸਮੁੰਦਰ ਆਪਣੇ ਭਾਰਤ ਦੇ ਨਾਲ ਲੱਗਦਾ ਹੈ। ਜਿਨ੍ਹਾਂ ਨੇ ਸਮੁੰਦਰ ਦੇਖਿਆ ਉਹਨਾਂ ਨੂੰ ਪਤਾ ਹੈ ਭਵ ਸਾਗਰ ਕਿਉਂ ਕਿਹਾ ਜਾਂਦਾ ਵੀ ਸਾਗਰ ਤੋਂ ਪਾਰ ਉਤਰਨਾ ਹੈ। ਕਹਿੰਦੇ ਜਦੋਂ ਸਮੁੰਦਰ ਦੇ ਅਸੀਂ ਕਿਨਾਰੇ ਤੇ ਜਾਂਦੇ ਆ ਨਾ, ਉਹ ਸਮੁੰਦਰ ਦੇ ਕਿਨਾਰੇ ਤੇ ਖੜ ਕੇ ਜਦੋਂ ਅਸੀਂ ਐ ਸਮੁੰਦਰ ਨੂੰ ਦੇਖਦੇ ਆ ਨਾ ਸਾਹਮਣੇ, ਤਾਂ ਸਮੁੰਦਰ ਦਾ ਦੂਆ ਕਿਨਾਰਾ ਦੀਂਦਾ ਨਹੀਂ, ਦੀਂਦਾ ਕਿਸੇ ਨੂੰ? ਜਿਨ੍ਹਾਂ ਨੇ ਸਮੁੰਦਰ ਦੇਖਿਆ ਹੋਵੇ, ਉਰਲੇ ਕਿਨਾਰੇ ਤੇ ਖੜੇ ਆ, ਪਰਲਾ ਕਿਨਾਰਾ ਸਮੁੰਦਰ ਦਾ ਸਾਨੂੰ ਦੀਂਦਾ ਨਹੀਂ ਹੈ। ਇਸੇ ਤਰ੍ਹਾਂ ਸਾਨੂੰ ਆਹ ਜੀਵਨੇ ਦੀਂਦੇ, ਅਗਲਾ ਜੀਵਨ ਸਾਨੂੰ ਦੀਂਦਾ ਨਹੀਂ ਹੈ। ਤਾਂ ਹੀ ਸੰਸਾਰ ਕਹਿੰਦਾ ਇਹ ਜਗ ਮਿੱਠਾ ਤੇ ਅਗਲਾ ਕਿਨੇ ਡਿੱਠਾ। ਸਮੁੰਦਰ ਦੀ ਤਾਂ ਹੀ ਉਦਾਹਰਨ ਦਿੰਦੇ ਨੇ। ਉਰਲੇ ਕਿਨਾਰੇ ਖੜੇ, ਪਰਲਾ ਕਿਨਾਰਾ ਨਹੀਂ ਦੀਂਦਾ। ਪੜੀ ਤਾਂ ਜਾਣੇ ਆ ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜੈਸਾ ਬੀਜੇ ਸੋ ਲੁਣੇ, ਕਰਮਾ ਸੰਦੜਾ ਖੇਤ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ। ਇਹ ਪੜੀ ਤਾਂ ਜਾਣੇ ਆ,
ਵੀ ਪਹਿਲਾਂ ਵੀ ਜਨਮ ਹੋਏ ਨੇ, ਅੱਗੇ ਨੂੰ ਵੀ ਹੋਣਗੇ, ਪਰ ਜਿਵੇਂ ਸਮੁੰਦਰ ਦੇ ਕਿਨਾਰੇ ਤੇ ਖੜ ਕੇ ਦੂਜਾ ਕਿਨਾਰਾ ਨਹੀਂ ਨਾ ਦਿੰਦਾ, ਇਸੇ ਤਰ੍ਹਾਂ ਆ ਦਿਖ ਰਿਹਾ ਹੈ ਤੇ ਅਗਲੇ ਜਨਮ ਬਾਰੇ ਸਾਨੂੰ ਕੁਝ ਨਹੀਂ ਦਿੰਦਾ, ਨਾ ਪਿਛਲਾ ਦਿੰਦਾ ਨਾ ਅਗਲਾ ਦਿੰਦਾ। ਤਾਂ ਸਮੁੰਦਰ ਤੇ ਕਹਿੰਦੇ ਨੇ। ਫਿਰ ਦੂਸਰਾ, ਜਦੋਂ ਸਮੁੰਦਰ ਦੇ ਕਿਨਾਰੇ ਤੇ ਜਾਂਦੇ ਆ, ਸਮੁੰਦਰ ਬਹੁਤ ਸੋਹਣਾ ਲੱਗਦਾ ਹੈ ਨਾ ਸੋਹਣਾ। ਸਮੁੰਦਰ ਦੀਆਂ ਫੋਟੋਆਂ ਆਪਾਂ ਦੇਖਦੇ ਆ, ਜਿਹੜੇ ਨਹੀਂ ਗਏ ਸਭ ਦਾ ਜੀ ਕਰਦਾ ਮੈਂ ਵੀ ਸਮੁੰਦਰ ਦੇਖ ਕੇ ਆਵਾਂ, ਕਰਦਾ ਨਾ ਸਾਰਿਆਂ ਦਾ ਜੀ ਜਿਹੜਾ ਨਹੀਂ ਗਿਆ। ਤੇ ਜਿਹੜਾ ਉੱਥੇ ਜਾਂਦਾ ਉਹਨੂੰ ਬਹੁਤ ਪਿਆਰਾ ਲੱਗਦਾ, ਐਂ ਲਹਿਰਾਂ ਉੱਠ ਕੇ ਆਉਂਦੀਆਂ ਨੇ, ਲਹਿਰਾਂ ਐਂ ਬਾਹਰ ਨੂੰ ਸੱਲ ਮਾਰਦੀਆਂ ਆਉਂਦੀਆਂ ਨੇ, ਫੇਰ ਵਿੱਚ ਜਾ ਕੇ ਟਿਕ ਜਾਂਦੀਆਂ ਨੇ। ਉਹ ਸਾਨੂੰ ਕੀ ਸੰਕੇਤ ਦੇ ਰਹੀਆਂ ਨੇ? ਕਹਿੰਦੇ ਸੰਸਾਰ ਦੇ ਵਿੱਚ ਐਂ ਦੁੱਖ ਆਉਂਦੇ ਨੇ ਤੇ ਐਂ ਫੇਰ ਸ਼ਾਂਤ ਹੋ ਜਾਂਦੇ ਨੇ। ਜੀਵ ਕਦੇ ਸੁਖੀ ਕਦੇ ਦੁਖੀ, ਕਦੇ ਸੁਖੀ ਕਦੇ ਦੁਖੀ, ਚੱਲਦਾ ਰਹਿੰਦਾ ਨਾ। ਉਹ ਸਮੁੰਦਰ ਦੀ ਲਹਿਰ ਸਾਨੂੰ ਦੱਸ ਰਹੀ ਹੈ। ਜਦੋਂ ਸਮੁੰਦਰ ਦੀ ਲਹਿਰ ਆਉਂਦੀ ਹੈ ਜ਼ੋਰ ਦੇ ਨਾਲ, ਇੰਨਾ ਖੜਕਾ ਕਰਦੀ ਹੈ ਨਾ ਸਮੁੰਦਰ, ਕਹਿੰਦੇ ਐਵੇਂ ਸਾਡੇ ਜੀਵਨ ਦੇ ਵਿੱਚ ਖੜਕਾ ਸ਼ੋਰ ਹੋ ਜਾਂਦਾ ਹੈ। ਐਨੇ ਅਸੀਂ ਪੁੱਜ ਕੇ ਦੁਖੀ ਧਾਹਾਂ ਮਾਰ ਰੋਨੇ ਆ, ਤੇ ਫਿਰ ਜਦੋਂ ਪਿੱਛੇ ਜਾਂਦਾ ਸ਼ਾਂਤ ਹੋ ਜਾਂਦੇ ਆ, ਟਿਕਾ ਆ ਜਾਂਦਾ। ਦੂਸਰਾ ਸਾਨੂੰ ਸਮੁੰਦਰ ਇਹ ਦੱਸਦਾ ਵੀ ਜੀਵਨ ਦੇ ਵਿੱਚ ਦੁੱਖ ਸੁੱਖ ਆਉਂਦੇ ਨੇ, ਇਹ ਸਾਰੇ ਸੰਸਾਰ ਦੀ ਰੀਤੀ ਹੋਵੇ। ਤੀਸਰਾ, ਸਮੁੰਦਰ ਸਾਨੂੰ ਸੋਹਣਾ ਬਹੁਤ ਲੱਗਦਾ ਹੈ ਨਾ ਸੋਹਣਾ। ਇਸੇ ਤਰ੍ਹਾਂ ਜਿਹੜਾ ਇਹ ਸੰਸਾਰ ਹੈ, ਇਹ ਸੰਸਾਰ ਸਾਨੂੰ ਬਹੁਤ ਸੋਹਣਾ ਲੱਗਦਾ ਹੈ ਨਾ। ਜੋ ਵੀ ਚੀਜ਼ ਸਾਨੂੰ ਸੋਹਣੀ ਲੱਗਦੀ ਹੈ, ਅਸੀਂ ਉਹਨੂੰ ਆਪਣਾ ਬਣਾਉਣਾ ਚਾਹੁੰਦੇ ਹਾਂ ਕਿ ਨਹੀਂ ਚਾਹੁੰਦੇ? ਕੋਈ ਵੀ ਚੀਜ਼ ਸਾਨੂੰ ਚੰਗੀ ਲੱਗਦੀ ਹੈ, ਸਾਨੂੰ ਇਹ ਸੋਹਣਾ, ਧੀਆਂ ਪੁੱਤਰ ਸੋਹਣੇ ਲੱਗਦੇ ਨੇ, ਪਰਿਵਾਰ ਦੇ ਮੈਂਬਰ ਸੋਹਣੇ ਲੱਗਦੇ ਨੇ, ਪਿੰਡ ਦੇ ਲੋਕ ਸੋਹਣੇ ਲੱਗਦੇ ਨੇ, ਇਲਾਕੇ ਦੇ ਲੋਕ ਸੋਹਣੇ ਲੱਗਦੇ ਨੇ, ਕੋਠੀਆਂ ਮਹਿਲ ਮਕਾਨਾਂ ਸਭ ਕੁਝ ਸੋਹਣਾ ਲੱਗਦਾ ਹੈ, ਸਾਰਿਆਂ ਨੂੰ ਸੋਹਣਾ ਲੱਗਦਾ ਨਾ। ਇਸੇ ਤਰ੍ਹਾਂ ਸਮੁੰਦਰ ਵੀ ਸੋਹਣਾ ਲੱਗਦਾ ਹੈ। ਐ ਨੀਲਾ ਨੀਲਾ ਪਾਣੀ ਹੁੰਦਾ ਹੈ, ਬੜੀ ਦੂਰ ਤੱਕ ਲਹਿਰ ਲੱਗਦੀ ਹੁੰਦੀ ਹੈ, ਤੇ ਉਹਦੇ ਵਿੱਚੋਂ ਠੰਡੀ ਹਵਾ ਵੀ ਆਉਂਦੀ ਆ ਕਿ ਨਹੀਂ ਆਉਂਦੀ? ਦੇਖਣ ਨੂੰ ਅੱਖਾਂ ਨੂੰ ਆਨੰਦ ਆਉਂਦਾ ਹੈ। ਪਰ ਪਿਆਰਿਓ, ਜਦੋਂ ਸਮੁੰਦਰ ਦੇ ਵਿੱਚੋਂ ਕੋਈ ਚੂਲੀ ਭਰ ਕੇ ਪੀਂਦਾ ਹੈ ਨਾ, ਤੇ ਫਿਰ ਜ਼ਹਿਰ ਵਰਗਾ ਪਾਣੀ ਐ ਖਾਰਾ ਲੱਗਦਾ, ਘੁੱਟ ਭਰ ਨਹੀਂ ਹੁੰਦੀ, ਭਰੀ ਜਾਂਦੀ ਹੈ ਸਮੁੰਦਰ ਦੇ ਪਾਣੀ ਦੀ ਘੁੱਟ। ਸਮੁੰਦਰ ਖਾਰਾ ਹੁੰਦਾ ਹੈ, ਸੋਹਣਾ ਵੀ ਲੱਗਦਾ ਹੈ, ਸਾਨੂੰ ਗਿਆਨ ਵੀ ਦਿੰਦਾ ਹੈ, ਪਰ ਉਹਦੇ ਵਿੱਚੋਂ ਐ ਇੱਕ ਘੁੱਟ ਭਰ ਕੇ ਪਾਣੀ ਦੀ ਨਹੀਂ ਪੀ ਸਕਦਾ ਬੰਦਾ, ਉਹ ਖਾਰਾ ਹੁੰਦਾ ਹੈ। ਇਸੇ ਕਰਕੇ ਸਮੁੰਦਰ ਦੇਖਣ ਨੂੰ ਸੋਹਣਾ ਹੈ, ਦੂਜਾ ਕਿਨਾਰਾ ਨਹੀਂ ਦਿੰਦਾ। ਇਸੇ ਤਰ੍ਹਾਂ ਜਿਹੜਾ ਇਹ ਸੰਸਾਰ ਹੈ ਨਾ, ਇਹ ਸੋਹਣਾ ਵੀ ਲੱਗਦਾ ਹੈ, ਦੁੱਖ ਸੁੱਖ ਇਹਦੇ ਚ ਆਉਂਦੇ ਨੇ, ਇਹਨੂੰ ਅਗਲਾ ਵੀ ਨਹੀਂ ਦਿੰਦਾ। ਤੇ ਸੰਸਾਰ ਦੇ ਵਿੱਚ ਜਿਹੜਾ ਫਸ ਜਾਂਦਾ ਹੈ, ਉਹ ਦਿਨ ਰਾਤ ਰੋਈ ਜਾਂਦਾ ਹੈ, ਮੇਰੇ ਮੱਝਾਂ ਦੁੱਧ ਦੇਣ ਲੱਗ ਜਾਣ, ਮੈਂ ਬੜਾ ਦੁਖੀ ਹਾਂ, ਮੇਰੇ ਬੱਚੇ ਬਾਹਰ ਚਲੇ ਜਾਣ, ਮੈਂ ਬੜਾ ਦੁਖੀ ਹਾਂ, ਮੁੰਡੇ ਦਾ ਰਿਸ਼ਤਾ ਨਹੀਂ ਹੁੰਦਾ, ਮੈਂ ਇਹਦੇ ਵਿੱਚ ਫਸਿਆ ਨਾ, ਘੁੱਟ ਭਰੀ ਹੋਈ ਹੈ, ਮੇਰੇ ਮੁੰਡੇ ਦਾ ਵੀਜ਼ਾ ਲੱਗ ਜੇ, ਮੈਂ ਮੈਰਿਟ ਚੋਂ ਪਾਸ ਹੋ, ਇਹ ਦੁਖੀ ਹੁੰਦਾ ਰਹਿੰਦਾ ਹੈ। ਹੁੰਦਾ ਕਿ ਨਹੀਂ ਹੁੰਦਾ? ਉਹ ਸਮੁੰਦਰ ਦੇ ਵਿੱਚੋਂ ਪਾਣੀ ਦੀ ਘੁੱਟ ਭਰੀ ਹੈ। ਇਸੇ ਕਰਕੇ ਮਹਾਂਪੁਰਖ ਕਹਿੰਦੇ ਇਹ ਭਵ ਸਾਗਰ ਤੋਂ ਤਾਂ ਪਾਰ ਉਤਰਨਾ, ਇਹਦੇ ਵਿੱਚ ਘੁੱਟ ਨਹੀਂ ਭਰਨੀ। ਇਹਨੂੰ ਦੇਖਦੇ ਨੇ ਇਹ ਸੰਸਾਰ ਨੂੰ, ਸਮੁੰਦਰ ਦੇ ਦੂਜੇ ਕਿਨਾਰੇ ਤੇ ਜਾਣਾ ਹੈ। ਇਸੇ ਤਰ੍ਹਾਂ ਇਹ ਮਾਤ ਲੋਕ ਤੋਂ ਤਾਂ ਅੱਗੇ ਜਾਣਾ ਹੈ, ਤੂੰ ਮੁਕਤ ਵੀ ਹੋ ਸਕਦਾ ਹੈ, ਤੂੰ ਭੈੜੀਆਂ ਜੁਨੀਆਂ 'ਚ ਵੀ ਪੈ ਸਕਦਾ, ਉਹ ਬਾਜੀ ਤੇਰੇ ਹੱਥ ਦੇ ਵਿੱਚ ਹੈ। ਇਸੇ ਕਰਕੇ ਕਬੀਰ ਸਾਹਿਬ ਮਹਾਰਾਜ ਕਹਿੰਦੇ ਕਥਾ ਕੀਰਤਨ ਕਲ ਵਿਖੈ ਭਵ ਸਾਗਰ ਕੀ ਨਾਵ। ਕਹਿੰਦੇ ਜਿਹੜਾ ਕਥਾ ਤੇ ਕੀਰਤਨ ਹੈ, ਇਹ ਭਵ ਸਾਗਰ ਦੀ ਨਾਵ ਹੈ। ਕਹੇ ਕਬੀਰ ਜਹ ਜਗਤ ਮੇ ਨਾਹੀ ਔਰ ਉਪਾਵ। ਹੋਰ ਕਿਤੇ ਗਿਆਨ ਨਹੀਂ ਮਿਲਣਾ। ਜਦੋਂ ਅਸੀਂ ਕਥਾ ਕੀਰਤਨ ਜੁੜਦੇ ਆਂ, ਉਦੋਂ ਸਾਨੂੰ ਸੱਤ ਦਾ ਸੰਕੇਤ ਮਿਲਦਾ ਪਿਆਰਿਓ, ਹੋਰ ਕਿਤੇ ਨਹੀਂ ਮਿਲਦਾ। ਆ ਹੁਣ ਬਥੇਰੇ ਇਕੱਠ ਤਾਂ ਬਹੁਤ ਹੁੰਦੇ ਨੇ, ਆ ਲੀਡਰ ਤੁਰੇ ਫਿਰਦੇ ਨੇ ਸਾਰੇ, ਕਿੰਨੇ ਇਕੱਠ ਹੁੰਦੇ ਨੇ ਕਿ ਉੱਥੇ ਸੱਤ ਦਾ ਸੰਕੇਤ, ਉੱਥੇ ਸਿਰਫ ਨਿੰਦਿਆ ਚੱਲ ਰਹੀ ਹੈ। ਉਹ ਕਹਿੰਦਾ ਫਲਾਣੇ ਮਾੜੇ ਨੇ, ਉਹਨਾਂ ਨੇ ਕੁਛ ਨਹੀਂ ਕਰਿਆ, ਉਹ ਕਹਿੰਦੇ ਫਲਾਣੇ ਮਾੜੇ ਨੇ, ਉਹਨਾਂ ਨੇ ਕੁਛ ਨਹੀਂ ਕਰਿਆ, ਉੱਥੇ ਨਿੰਦਿਆ ਚੱਲ ਰਹੀ ਹੈ। ਇਕੱਠ ਤਾਂ ਉੱਥੇ ਵੀ ਬਹੁਤ ਹੁੰਦਾ, ਪਰ ਸਤਿਗੁਰੂ ਜੀ ਕਹਿੰਦੇ ਨਿੰਦਿਆ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ ਮੂੰਹ ਕਾਲੇ ਤਿਨ ਨਿੰਦਕਾ ਨਰਕੇ ਘੋਰ ਭਵਨ। ਨਿੰਦਿਆ ਹੀ ਕਰੀ ਜਾ ਰਹੇ ਨੇ। ਮਹਾਰਾਜ ਕਹਿੰਦੇ ਨਿੰਦਿਆ ਭਲੀ ਨਹੀਂ ਕਿਸੇ ਦੀ ਵੀ ਭਲੀ ਨਹੀਂ, ਮਨਮੁਖ ਲੋਕ ਕਰਦੇ ਨੇ। ਇਹ ਮਨਮੁਖ ਲੋਕ ਨੇ।
ਮੂੰਹ ਕਾਲੇ ਤਿੰਨ ਨਿੰਦਕਾਂ, ਕਹਿੰਦੇ ਮੂੰਹ ਕਾਲੇ ਹੋਣਗੇ ਨਰਕੇ ਘੋਰ ਭਵਨ। ਪਰ ਇਸ ਬਾਣੀ ਨੂੰ ਤਾਂ ਸੁਣਦਾ ਹੀ ਨਹੀਂ ਕੋਈ। ਘਰ ਦੇ ਵਿੱਚ ਪਾਠ ਹੁੰਦਾ, ਇੱਥੇ ਵੀ ਪਾਠ ਹੋਇਆ ਹੋ ਕਿ ਤੁਸੀਂ ਇੰਨੇ ਲੋਕਾਂ ਨੇ ਬੈਠ ਕੇ ਸੁਣੀ? ਨਹੀਂ ਸੁਣੀ। 2 4 10 ਬਹਿ ਗਏ ਹੋਣਗੇ, ਕਿਸੇ ਨੇ ਬਾਣੀ ਨਹੀਂ ਸੁਣੀ। ਸਪੀਕਰ ਵੀ ਲੱਗਿਆ ਰਿਹਾ, ਉਦੋਂ ਵੀ ਕੋਲੇ ਵਾਲੇ ਕਹਿੰਦੇ ਹੋਣਗੇ ਯਾਰ ਕੁਛ ਸੁਣਨੇ ਨਹੀਂ ਦਿੰਦਾ, ਮਾੜੀ ਜੀ ਆਵਾਜ਼ ਘੱਟ ਕਰਾ ਦਿਓ। ਹੁਣ ਤਾਂ ਇਹ ਕਹਿਤਾ ਵੀ ਬੰਦੇ ਕਰਾ ਦਿਓ ਸਪੀਕਰ ਗੁਰਦੁਆਰਿਆਂ ਦੇ, ਮੰਦਿਰਾਂ ਦੇ, ਵੀ ਕਿਤੇ ਕੰਨਾਂ 'ਚ ਬਾਣੀ ਨਾ ਪੈ ਜੇ। ਬਹਾਨਾ ਕੀ ਲਿਆ? ਕਹਿੰਦੇ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਹੈ। ਜਦੋਂ ਬੱਚਿਆਂ ਦੇ ਹੱਥ 'ਚ ਰਾਤ ਨੂੰ 2-2 ਵਜੇ ਤੱਕ ਗੇਮਾਂ ਹੀ ਖੇਡੀ ਜਾਂਦੇ ਨੇ, ਉਦੋਂ ਨਹੀਂ ਪੜ੍ਹਾਈ ਖਰਾਬ ਹੁੰਦੀ। ਗੁਰਬਾਣੀ ਨੇ ਤਾਂ ਸਾਡਾ ਜੀਵਨ ਬਣਾਉਣਾ ਸੀ, ਤੇ ਹੁਣ ਨਿੰਦਿਆ ਹੀ ਨਿੰਦਿਆ ਹੀ ਨਿੰਦਿਆ। ਜਿੰਨਾ ਪੈਸਾ ਆ ਨਿੰਦਿਆ ਤੇ ਆ ਰੌਲਿਆਂ ਤੇ ਲਾ ਰਹੇ ਨੇ, ਜੇ ਇੰਨੇ ਪੈਸੇ ਨਾ ਗਰੀਬਾਂ ਦੇ ਘਰ ਪਾ ਦੇਣ ਨਾ, ਕਿਸੇ ਨੂੰ ਕਹਿਣ ਜਾਣ ਦੀ ਲੋੜ ਨਹੀਂ ਪੈਣੀ, ਵੋਟ ਪਾ ਦੀ। ਜੇ ਕੰਮ ਕਰ ਦੇਣ, ਕਰੋੜਾਂ ਰੁਪਈਆ ਟਿਕਟਾਂ ਦਾ ਲਿਆ ਹੋਊਗਾ, ਪਹਿਲਾਂ ਲਈ ਹੋਊਗੀ, ਫਿਰ ਉਹਦੇ ਉੱਤੇ ਖਰਚਾ ਕਿੰਨਾ ਕਰਿਆ ਹੋਊਗਾ, ਕਰਿਆ ਕਿ ਨਹੀਂ ਕਰਿਆ? ਕਿੰਨਾ ਹੀ ਤੇਲ ਫੂਕਤਾ। ਇੰਨਾ ਕਿਤੇ ਗਰੀਬਾਂ ਤੇ ਲਾਇਆ ਹੁੰਦਾ, ਇੱਕ ਇੱਕ ਪਿੰਡ 'ਚ ਲਾ ਦਿੰਦੇ, ਕਿਸੇ ਨੂੰ ਕਹਿਣ ਦੀ ਲੋੜ ਨਹੀਂ ਸੀ, ਵੋਟ ਪਾ ਦੀ। ਲੋਕਾਂ ਨੇ ਤੇਰਾ ਕਿਰਦਾਰ ਦੇਖ ਕੇ ਤੈਨੂੰ ਵੋਟ ਪਾ ਦੇਣੀ ਸੀ। ਨਾ ਤਾਂ ਉਧਰ ਗਿਆ ਤੇ ਨਰਕਾਂ ਦਾ ਰਾਹ ਖੋਲਿਆ। ਤੇ ਬਾਨਾ ਕੀ ਚਾਹੁੰਦੇ ਆ? ਉੱਚਾ। ਮੈਨੂੰ ਲੋਕ ਕਹਿਣ ਵਾਹ ਵੀ ਵਾਹ, ਇਹ ਸਾਰਿਆਂ ਨਾਲੋਂ ਵੱਡਾ ਹੈ, ਇਹ ਪਿੰਡ ਦਾ ਮੈਂਬਰ ਹੈ, ਇਹ ਪਿੰਡ ਦਾ ਸਰਪੰਚ ਹੈ, ਇਹ ਇਲਾਕੇ ਦਾ MLA ਹੈ, ਇਹ MP ਹੈ, ਇਹ ਮੁੱਖ ਮੰਤਰੀ ਹੈ, ਇਹ ਪ੍ਰਧਾਨ ਮੰਤਰੀ ਹੈ। ਬਣਨਾ ਚਾਹੁੰਦੇ ਆ ਨਾ? ਇਹ ਤਾਂ 5 ਸਾਲ ਦਾ ਹੈ, ਸਿਰਫ 5 ਸਾਲ ਦਾ। ਕੋਈ 10 ਸਾਲ ਰਹਿ ਜੂ, ਫਿਰ ਕਿਸੇ ਨੇ ਨਹੀਂ ਪੁੱਛਣਾ। ਮਹਾਰਾਜ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹਨਾਂ ਨੇ ਤਾਂ ਰਾਜ ਲੈ ਲਿਆ ਵਿਨਾਸ਼ੀ। ਅੱਜ ਰਵਿਦਾਸ ਮਹਾਰਾਜ ਜੀ ਦਾ ਦਿਨ ਮਨਾ ਰਹੇ ਹਾਂ ਆਪਾਂ, ਜਨਮ ਦਿਹਾੜਾ। ਤੁਸੀਂ ਸਾਰੇ ਜਾਣਦੇ ਹੋ ਰਵਿਦਾਸ ਜੀ ਨੂੰ, ਤਾਂ ਹੀ ਬੈਠੇ ਹੋ ਨਾ। ਜੇ ਕਬੀਰ ਸਾਹਿਬ ਮਹਾਰਾਜ ਦੀ ਗੱਲ ਕਰੀਏ, ਇਹ ਵੀ ਗੱਲ ਕਹਾਂਗੇ। ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਬੀਰ ਸਾਹਿਬ ਮਹਾਰਾਜ ਦੀ ਬਾਣੀ ਹੈ। ਕਬੀਰ ਸਾਹਿਬ ਮਹਾਰਾਜ ਦੇ 12 ਪੰਥ ਚੱਲਦੇ ਨੇ। ਕਬੀਰ ਸਾਹਿਬ ਮਹਾਰਾਜ ਦੀ ਗਰੀਬਦਾਸੀ ਪੰਥ ਕਬੀਰ ਸਾਹਿਬ ਮਹਾਰਾਜ ਦੇ ਵਿੱਚੋਂ ਆ। ਜਿਹੜੇ ਕੀਸਾ ਪੰਥੀ ਨੇ ਉਹ ਵੀ ਵਿੱਚੋਂ ਹੀ ਨੇ। ਕਿੰਨੇ ਹੀ ਪੰਥ ਚੱਲਦੇ ਨੇ, 12 ਪੰਥ ਚੱਲਦੇ ਨੇ। ਕਿੰਨਿਆਂ ਦਾ ਨਾਮ ਲੈ ਲਈਏ? ਅੱਛਾ, ਜੇ ਆਪਾਂ ਇਹ ਪੁੱਛੀਏ, ਜਦੋਂ ਰਵਿਦਾਸ ਮਹਾਰਾਜ ਜੀ ਹੋਏ ਸਰੀਰ ਕਰਕੇ, ਵੈਸੇ ਇਹ ਤਾਂ ਜਨਮ ਮਰਨ ਤੋਂ ਪਰੇ ਹੁੰਦੇ ਨੇ ਜਿਹੜੇ ਅਵਤਾਰੀ ਪੁਰਖ ਹੁੰਦੇ ਨੇ, ਉਸ ਸਮੇਂ ਰਾਜਾ ਕੌਣ ਸੀ? ਜਿਹੜਾ ਤਾਂ ਬਾਹਲਾ ਇਤਿਹਾਸ ਪੜ੍ਹਦਾ ਹੋਊਗਾ ਉਹ ਤਾਂ ਦੱਸ ਦੂਗਾ ਵੀ ਫਲਾਣਾ ਰਾਜਾ ਸੀ। ਇਹ ਤਾਂ ਦੱਸ ਸਕਦਾ। ਜੇ ਕੋਈ ਜ਼ਿਆਦਾ ਪੜ੍ਹਿਆ ਲਿਖਿਆ, ਜ਼ਿਆਦਾ ਇਤਿਹਾਸ ਬੋਲਦਾ ਵੀ ਫਲਾਣਾ ਰਾਜਾ ਸੀ। ਨਹੀਂ, ਜਿੰਨੇ ਆਪਾਂ ਬੈਠੇ ਆ ਆਪਣੇ ਵਿੱਚੋਂ ਇੱਕ ਅੱਧਾ ਹੀ ਜਾਣਦਾ ਹੋਊ, ਅਬਲਾ ਤਾਂ ਜਾਣਦਾ ਹੀ ਨਹੀਂ ਹੋਣਾ ਵੀ ਉਦੋਂ ਰਾਜਾ ਕਿਹੜਾ ਸੀ। ਕਬੀਰ ਸਾਹਿਬ ਉਹ ਕਮਾਲ ਦੀ ਗੱਲ ਹੈ, ਜਿਨ੍ਹਾਂ ਦੇ ਘਰੇ ਕਈ ਦਿਨ ਰੋਟੀ ਨਹੀਂ ਸੀ ਪੱਕਦੀ, ਉਹਨਾਂ ਨੂੰ ਸਾਰਾ ਸੰਸਾਰ ਜਾਣਦਾ। ਤੇ ਪਿਆਰਿਓ, ਜਿਨ੍ਹਾਂ ਦੀ ਹਕੂਮਤ ਚੱਲਦੀ ਸੀ, ਜੋ ਚਾਹਣ ਉਹ ਕਰ ਦੇਣ, ਕਿਸੇ ਨੂੰ ਸੂਲੀ ਚੜਾ ਦੇਣ, ਕਿਸੇ ਨੂੰ ਜੇਲ੍ਹ 'ਚ ਡੱਕ ਦੇਣ, ਉਹਨਾਂ ਨੂੰ ਕੋਈ ਨਹੀਂ ਜਾਣਦਾ। ਫਿਰ ਵਡਿਆਈ ਕਾਹਦੀ ਤੇ ਭਾਲਦੇ ਆ ਅਸੀਂ ਸੰਸਾਰ 'ਚ? ਵਡਿਆਈ ਤਾਂ ਨਾਮ ਦੀ ਹੋਣੀ ਹੈ। ਕੌਣ ਵੱਡਾ? ਮਾਇਆ ਵਡਿਆਈ। ਮਹਾਰਾਜ ਕਹਿੰਦੇ ਸੋ ਵੱਡਾ ਜਿਨ ਰਾਮ ਨਿਵਲਾਈ, ਜੀ ਨੇ ਬੰਦਗੀ। ਬੰਦਗੀ ਕੌਣ ਕਰੂਗਾ? ਹੁਣ ਬੰਦਗੀ ਕਰਨ ਵਾਲੇ ਦੇ ਵੀ ਲੱਛਣ ਹੁੰਦੇ ਨੇ। ਮਹਾਰਾਜ ਕਹਿੰਦੇ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਰਾਮ ਰਾਮ ਕੌਣ ਕਰਦਾ ਹੈ? ਰਾਮ ਰਾਮ ਉਹ ਕਰ ਸਕਦਾ ਹੈ ਜਿਹਦੇ ਅੰਦਰ ਦਇਆ ਹੋਵੇ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਤੁਲਸੀ ਦਇਆ ਨਾ ਸੋਡੀਏ, ਜਬਲਾ ਘਟ ਮੇ ਪ੍ਰਾਣ। ਕਹਿੰਦੇ ਦਇਆ ਉਹ ਕਰ ਸਕਦਾ ਹੈ, ਕਹਿੰਦੇ ਧਰਮ ਉਹ ਕਮਾ ਸਕਦਾ ਜਿਹਦੇ ਅੰਦਰ ਦਇਆ ਹੋਵੇ। ਹੁਣ ਦਇਆ ਦਾ ਮਤਲਬ ਇਹ ਨਹੀਂ ਹੁੰਦਾ ਵੀ ਦਿਨ ਆ ਗਿਆ ਲੰਗਰ ਲਾ ਲਿਆ, ਗੁਰਪੁਰਬ ਆ ਕੇ ਲੰਗਰ ਲਾ ਲਏ, ਇਹ ਦਇਆ ਥੋੜੀ ਹੈ। ਉਦੋਂ ਤਾਂ ਇੱਕ ਇੱਥੇ ਲੰਗਰ ਲੱਗਿਆ ਹੁੰਦਾ, ਇੱਕ ਪਿੰਡ ਦੇ ਪਰਲੇ ਪਾਸੇ ਹੁੰਦਾ, ਇੱਕ ਉਧਰਲੇ ਪਾਸੇ ਹੁੰਦਾ, ਇੱਕ ਉਧਰਲੇ ਪਾਸੇ ਹੁੰਦਾ। ਰੋਡ ਤੇ ਜਾਓ 20 ਜਗ੍ਹਾ ਲੰਗਰ ਲੱਗੇ ਹੁੰਦੇ ਨੇ। ਇੱਧਰ ਨਹੀਂ, ਉਹ ਧੱਕੇ ਨਾਲੇ ਉਹ ਤੂੰ ਖਾ ਕੇ ਜਾ, ਉਹ ਤੂੰ ਚਾਹ ਪੀ। ਬਾਕੀ ਦਿਨਾਂ 'ਚ ਉਦੋਂ ਤਾਂ ਰੱਜੇ ਪਏ ਨੇ ਸਾਰੇ। ਹੋਣਾ ਤਾਂ ਇਹ ਚਾਹੀਦਾ ਕਿਸੇ ਭੁੱਖੇ ਨੂੰ ਭੋਜਨ ਸਕਾ ਦੇਵੇ, ਕਿਸੇ ਪਿਆਸੇ ਨੂੰ ਪਾਣੀ ਪਿਲਾ ਦੇਵੇ, ਤੇ ਜਿੱਦੇ ਸਾਰੀ ਲਾਈ ਬੈਠੇ ਹੁੰਦੇ ਨੇ ਉਹਦੇ ਧੱਕੇ ਨਾਲ ਪਿਲਾਉਂਦੇ ਆ। ਹੁਣ ਦਇਆ ਕੁਝ ਹੋਰ ਚੀਜ਼ ਹੈ, ਦਿਖਾਵਾ ਕੁਝ ਹੋਰ ਚੀਜ਼ ਹੈ ਸੰਸਾਰ ਦੇ ਵਿੱਚ। ਪਾਠ ਕਰਾਇਆ ਅਸੀਂ ਜੀ, ਅਖੰਡ ਪਾਠ ਕਰਾਇਆ, ਸਾਰੇ ਰਿਸ਼ਤੇਦਾਰ ਸੱਦ ਲਏ, ਗਰੀਬ ਨੂੰ ਅੰਦਰ ਵੀ ਨਹੀਂ ਵੜਨ ਦਿੱਤਾ। ਚੱਲ ਚੱਲ ਲਿਬੜਿਆ ਜਾ।
ਇਹ ਦਇਆ ਧਰਮ ਕਦੋਂ ਆਊਗਾ? ਸਹੀ ਮਾਇਨਿਆਂ 'ਚ ਧਰਮੀ ਸਿਮਰਨ ਕਰਨ ਵਾਲਾ, ਸਦਾ ਨੌ ਰਹਿਣ ਵਾਲਾ ਕਦੋਂ ਬਣੂਗਾ? ਜਦੋਂ ਰਵਿਦਾਸ ਮਹਾਰਾਜ ਜੀ ਦਾ ਜੀਵਨ ਪੜੂਗਾ। ਕਹਿੰਦੇ ਜਿਹਨੇ ਰਵਿਦਾਸ ਮਹਾਰਾਜ ਜੀ ਦਾ ਸਹੀ ਮਾਇਨਿਆਂ 'ਚ ਜੀਵਨ ਪੜ੍ਹ ਲਿਆ ਨਾ, ਉਹ ਝੂਠੀਆਂ ਵਡਿਆਈਆਂ, ਝੂਠੀਆਂ ਗੱਲਾਂ ਤੋਂ ਦੂਰ ਹੋ ਜਾਊਗਾ। ਉਹ ਸਿਰਫ ਤੇ ਸਿਰਫ ਇੱਕ ਪ੍ਰਮਾਤਮਾ ਦੇ ਲੜ ਲੱਗ ਜੂ। ਉਹ ਪ੍ਰਮਾਤਮਾ ਦੀ ਬੰਦਗੀ ਕਰੂ, ਸਿਮਰਨ ਕਰੂ, ਤੇ ਪ੍ਰਮਾਤਮਾ ਨੇ ਉਹਨੂੰ ਇੰਨਾ ਉੱਚਾ ਲੈ ਜਾਣਾ, ਇੰਨਾ ਉੱਚਾ ਲੈ ਜਾਣਾ ਹੈ, ਉਹਨੂੰ ਸਭ ਕੁਝ ਦੇ ਦੇਣਾ, ਇੱਥੇ ਤੱਕ ਕਿ ਪੁਸਤਾਂ ਤੱਕ ਹੀ ਨਹੀਂ ਮੁੱਕਣਾ। ਇੰਨਾ ਸਭ ਕੁਝ ਰਵਿਦਾਸ ਮਹਾਰਾਜ ਲਵੇ, ਕਮੀ ਤਾਂ ਬਾਅਦ 'ਚ ਕੋਈ ਨਹੀਂ ਰਹੀ। ਕਿੰਨੀ ਦੁਨੀਆ ਅਨਿਆਈ ਹੋ ਗਈ ਉਹਨਾਂ ਦੀ, ਪਰ ਉਹ ਸਮੇਂ ਦੇ ਹਿਸਾਬ ਨਾਲ। ਹੁਣ ਰਵਿਦਾਸ ਮਹਾਰਾਜ ਜੀ ਦੀ ਜੈ ਜੈਕਾਰ ਹੁੰਦੀ ਹੈ। ਜਨਮ ਲਿਆ ਕਦੋਂ? ਜਦੋਂ ਸੰਸਾਰ ਦੇ ਲੋਕ ਉਸ ਪ੍ਰਮਾਤਮਾ ਨੂੰ ਭੁੱਲ ਗਏ, ਉਸ ਪ੍ਰਮਾਤਮਾ ਤੋਂ ਦੂਰ ਹੋ ਗਏ, ਦੱਬੇ ਕੁਚਲੇ ਗਏ ਲੋਕ, ਜਾਤੀਆਂ ਦੇ ਵਿੱਚ ਵੰਡੇ ਗਏ ਲੋਕ। ਜਾਤੀਆਂ ਤਾਂ ਅੱਜ ਵੀ ਨਹੀਂ, ਅੱਜ ਕਿਹੜਾ ਖਤਮ ਹੋ ਗਈਆਂ, ਜਾਤੀਆਂ ਅੱਜ ਵੀ ਨੇ। ਠੀਕ ਹੈ, ਸਮੇਂ ਦਾ ਕੁਝ ਮਾਹੌਲ ਠੀਕ ਹੋ ਗਿਆ ਹੁਣ। ਪਹਿਲਾਂ ਜ਼ਿਆਦਾ ਜਾਤੀਆਂ 'ਚ ਲੋਕ ਵੰਡੇ ਹੋਏ ਸੀ, ਪਰ ਵੰਡੇ ਤਾਂ ਹੁਣ ਵੀ ਹੋਏ ਨੇ, ਐਸੀ ਗੱਲ ਨਹੀਂ ਵੀ ਨਹੀਂ ਵੰਡੇ ਹੋਏ। ਫਿਰ ਗੁਰਦੁਆਰੇ 5-5 ਪਿੰਡ 'ਚ ਨਹੀਂ ਬਣਨਗੇ। ਜਿੱਦੇ ਜਾਤੀਆਂ ਖਤਮ ਹੋ ਗਈਆਂ ਉਦੋਂ ਇੱਕ ਹੋ ਜਾਊਗਾ, ਉਦੋਂ ਇੱਕ ਹੋ ਜੂ। ਹਜੇ ਤਾਂ ਪਿੰਡਾਂ ਦੀਆਂ ਬੜੀਆਂ ਵੀ ਵੰਡੀਆਂ ਹੋਈਆਂ ਨੇ, ਵੀ ਨੀਚ ਜਾਤੀ ਵਾਲੇ ਇੱਧਰ ਜਾਣਗੇ, ਉੱਚੀ ਜਾਤੀ ਵਾਲੇ ਇੱਧਰ ਜਾਣਗੇ। ਪਿੰਡਾਂ ਦੇ ਗੁਰਦੁਆਰੇ ਵੰਡੇ ਹੋਏ ਨੇ। ਨਹੀਂ ਜੀ, ਇਹ ਤਾਂ ਜੱਟਾਂ ਦਾ, ਇਹ ਵਿਹੜੇ ਵਾਲਿਆਂ ਦਾ ਗੁਰਦੁਆਰਾ, ਇਹ ਫਲਾਣਿਆਂ ਦਾ। ਹਜੇ ਤਾਂ ਵੰਡੇ ਹੋਏ ਨੇ। ਉਦਾਂ ਕਹੀ ਜਾਂਦੇ ਆ ਵੀ ਸਾਰੇ ਮਾਨਸ ਕੀ ਜਾਤ ਸਭ ਇੱਕੇ ਪਹਿਚਾਣ ਲੋ। ਕਹਿਣਾ ਹੋਰ ਚੀਜ਼ ਹੈ, ਵੰਡੇ ਜਾਣਾ ਹੋਰ ਚੀਜ਼ ਹੈ। ਤੇ ਰਵਿਦਾਸ ਮਹਾਰਾਜ ਜੀ ਉਸ ਸਮੇਂ ਅਵਤਾਰ ਲਿਆ ਜਦੋਂ ਲੋਕ, ਕਿਉਂਕਿ ਸਾਰੇ ਜਿਹਦਾ ਜ਼ੋਰ ਹੁੰਦਾ ਉਹ ਅਜਮਾਉਂਦਾ ਜ਼ਰੂਰ ਹੈ। ਅੱਜ ਵੀ ਅਜਮਾਉਂਦੇ ਨੇ, ਅੱਜ ਕਿਹੜਾ ਨਹੀਂ ਵੰਡੇ ਹੋਏ। ਕੋਈ ਕਹਿੰਦਾ ਮੈਂ ਸਿੱਖ ਹਾਂ, ਕੋਈ ਕਹਿੰਦਾ ਮੁਸਲਮਾਨ ਹੈ, ਕੋਈ ਕਹਿੰਦਾ ਹਿੰਦੂ ਆ, ਕੋਈ ਕਹਿੰਦਾ ਈਸਾਈ ਹੈ। ਉਹ ਉਹਨਾਂ ਨੂੰ ਭੰਡੀ ਜਾਂਦਾ, ਉਹ ਉਹਨਾਂ ਨੂੰ ਭੰਡੀ ਜਾਂਦਾ। ਅੱਜ ਵੀ ਵੰਡੇ ਹੋਏ ਆ, ਅਸੀਂ ਧਰਮਾਂ 'ਚ ਵੀ ਵੰਡੇ ਹੋਏ ਆ। ਜਾਤਾਂ ਦੀ ਤਾਂ ਬਹੁਤ ਦੂਰ ਦੀ ਗੱਲ ਹੈ। ਗਰੀਬਦਾਸ ਮਹਾਰਾਜ ਤਾਂ ਕਹਿੰਦੇ ਕਾਮੀ ਕ੍ਰੋਧੀ ਲਾਲਚੀ ਇਨਸੇ ਭਗਤੀ ਨਾ ਹੋਏ, ਭਗਤੀ ਕਰੇ ਕੋਈ ਸੂਰਮਾ, ਜਾਤ ਵਰਨ ਕੁਲ ਖੋਏ। ਭਗਤੀ ਦੇ ਲੱਛਣ ਨੇ। ਉਦਾਂ ਠੀਕ ਹੈ, ਅਸੀਂ ਉੱਪਰ ਦੀ ਪਹਿਰਾਵੇ ਮੈਂ ਵੀ ਪਾਈ ਫਿਰਦਾ, ਸਾਰਾ ਸੰਸਾਰ ਪਾਈ ਫਿਰਦਾ। ਕਿਸੇ ਦੇ ਕਿਰਪਾਨ ਪਾਈ ਹੋ, ਕਿਸੇ ਦੇ ਲਾਲ ਕੱਪੜੇ ਪਾਏ ਹੋਣਗੇ, ਕਿਸੇ ਦੇ ਜਨੇਊ ਪਾਏ ਹੋਣਗੇ, ਕੋਈ ਧੋਤੀ ਪਾਈ ਫਿਰਦਾ। ਪਹਿਰਾਵਾ ਕਰਨਾ ਹੋਰ ਚੀਜ਼ ਹੈ, ਪਰ ਭਗਤੀ ਕੌਣ ਕਰਦਾ? ਕਾਮੀ ਕ੍ਰੋਧੀ ਲਾਲਚੀ। ਨਾ ਕਾਮੀ ਹੋਵੇ, ਹੁਣ ਪਿਆਰਿਓ ਕਾਮ ਦਾ ਤਾਂ ਦੁਨੀਆ ਸਤਾਈ ਪਈ ਹੈ। ਕ੍ਰੋਧੀ ਨਾ ਹੋਵੇ, ਹੁਣ ਤਾਂ ਆਪਦੇ ਮਾਪਿਓ ਦਾ, ਵੱਡਿਆਂ ਦਾ ਕੋਈ ਸਤਿਕਾਰ ਹੀ ਨਹੀਂ ਕਰਦਾ, ਭੱਜ ਭੱਜ ਪੈਂਦਾ। ਲਾਲਚੀ, ਹਰ ਇੱਕ ਬੰਦੇ ਦੇ ਅੰਦਰ ਲਾਲਚ ਵਧਿਆ ਹੋਇਆ, ਦੂਸਰੇ ਨੂੰ ਲੁੱਟਣਾ ਚਾਹੁੰਦਾ ਹੈ। ਕਾਮੀ ਕ੍ਰੋਧੀ ਲਾਲਚੀ ਇਨਸੇ ਭਗਤੀ ਨਾ ਹੋਏ, ਇਹ ਨਹੀਂ ਕਰ ਸਕਦੇ। ਹੁਣ ਆਪਣੇ ਅੰਦਰ ਆਪਾਂ ਝਾਤੀ ਮਾਰਨੀ ਆ, ਕਿਤੇ ਇਸ ਸ਼੍ਰੇਣੀ ਦੇ ਬੰਦੇ ਤਾਂ ਨਹੀਂ ਹੈਗੇ ਅਸੀਂ। ਭਗਤੀ ਕਰੇ ਕੋਈ ਸੂਰਮਾ, ਜਾਤ ਵਰਨ ਕੁਲ ਖੋਏ। ਇਹ ਜਾਤੀਆਂ ਤੋਂ ਉੱਪਰ, ਵਰਨਾਂ ਤੋਂ ਉੱਪਰ ਉੱਠ ਖੜੇ, ਉਹ ਭਗਤੀ ਕਰ ਸਕਦਾ ਹੈ। ਹੁਣ ਰਵਿਦਾਸ ਮਹਾਰਾਜ ਜੀ ਨੇ ਉਦੋਂ ਜਨਮ ਲਿਆ, ਤੇ ਜਦੋਂ ਜਾਤੀਆਂ ਦੇ ਵਿੱਚ ਸੰਸਾਰ ਇੰਨਾ ਜ਼ਿਆਦਾ ਵੰਡਿਆ ਗਿਆ ਸੀ ਕਿ ਜਿਹੜੀ ਜਾਤੀ ਦੇ ਵਿੱਚ ਵੰਡਿਆ ਗਿਆ, ਉਹ ਜਾਤੀ ਦਾ ਉਹੀ ਕੰਮ ਕਰੂ, ਦੂਸਰਾ ਕੰਮ ਨਹੀਂ ਕਰ ਸਕਦਾ। ਤੇ ਪਿਆਰਿਓ, ਉਹ ਕੰਮ ਕਰਦੇ ਕਰਦੇ ਸਾਰੀਆਂ ਜ਼ਿੰਦਗੀਆਂ ਲੰਘ ਜਾਂਦੀਆਂ। ਕੋਈ ਜੁੱਤੀਆਂ ਗੰਢਦਾ ਤਾਂ ਉਹ ਜੁੱਤੀਆਂ ਹੀ ਗੰਢੀ ਜਾਂਦਾ, ਜਿਹੜਾ ਕੂੜਾ ਚੱਕਦਾ ਉਹ ਕੂੜਾ ਹੀ ਚੱਕੀ ਜਾਂਦਾ, ਦੂਜਾ ਕੰਮ ਹੀ ਨਹੀਂ ਕਰ ਸਕਦਾ ਸੀ ਕੋਈ। ਤੇ ਨਾ ਹੀ ਮੰਦਿਰਾਂ 'ਚ, ਉਦੋਂ ਤਾਂ ਮੰਦਿਰ ਹੁੰਦੇ ਸੀ, ਉਦੋਂ ਗੁਰਦੁਆਰੇ ਥੋੜੀ ਸੀ, ਉਦੋਂ ਮੰਦਿਰ ਹੁੰਦੇ ਸੀ। ਬ੍ਰਾਹਮਣਵਾਦ ਜਾਂ ਮੁਸਲਮਾਨਾਂ ਦੀਆਂ ਮਸੀਤਾਂ, ਦੋ ਹੀ ਚੀਜ਼ਾਂ ਸੀ। ਤੇ ਉਦੋਂ ਨਾ ਮੰਦਿਰਾਂ 'ਚ ਜਾਣ ਦਾ ਅਧਿਕਾਰ ਸੀ। ਬ੍ਰਾਹਮਣ ਲੋਕ ਕਹਿੰਦੇ ਸੀ ਇੱਥੇ ਉੱਚੀ ਜਾਤੀ ਵਾਲੇ ਆ ਸਕਦੇ ਨੇ, ਨੀਚੀ ਜਾਤੀ ਵਾਲੇ ਤਾਂ ਸਿਰਫ ਝਾੜੂ ਮਾਰਨ ਵਾਲੇ ਨੇ, ਦੂਰ ਰਹਿਣ। ਗੰਦਗੀ ਚੱਕਣ ਵਾਸਤੇ ਨੇ, ਭਾਂਡੇ ਮਾਂਜਣ ਵਾਸਤੇ ਨੇ। ਤੇ ਇੱਥੇ ਤੱਕ ਕਿ ਉਦੋਂ ਤਾਂ ਇੰਨਾ ਸੀ, ਜੇ ਨੀਚੀ ਜਾਤੀ ਵਾਲਾ, ਇਹ ਤਾਂ ਮੇਰੇ ਦੇਖਦੇ ਦੀਆਂ ਗੱਲਾਂ ਨੇ, ਆ ਬਜ਼ੁਰਗ ਬੈਠੇ ਨੇ, ਸਾਰਿਆਂ ਨੂੰ ਪਤਾ ਹੈ। ਕਹਿੰਦੇ ਨੀਚ ਜਾਤੀ ਵਾਲਾ ਨਲਕੇ ਨੂੰ ਹੱਥ ਨਹੀਂ ਸੀ ਲਾ ਸਕਦਾ, ਖੂਹ ਵੀ ਅਲੱਗੋ ਅਲੱਗ ਹੁੰਦੇ ਸੀ। ਇਹ ਤਾਂ ਥੋੜਾ ਚਿਰ ਦੀਆਂ ਗੱਲਾਂ ਨੇ। ਆਪ ਪਾਣੀ ਗੇੜਦੇ ਸੀ, ਨੀਚੀ ਜਾਤੀ ਵਾਲੇ ਨੂੰ ਹੱਥ ਨਹੀਂ ਸੀ ਲਾਉਣ ਦਿੰਦੇ ਨਲਕੇ ਨੂੰ। ਉਦੋਂ ਰਵਿਦਾਸ ਮਹਾਰਾਜ ਜੀ ਦਾ ਜਨਮ ਹੋਇਆ। ਹੁਣ ਤਾਂ ਕੋਈ ਫਰਕ ਨਹੀਂ, ਐਡਾ ਫਰਕ ਤਾਂ ਹੈ, ਪਰ ਥੋੜਾ ਰਹਿ ਗਿਆ, ਹਜੇ ਹੈ ਫਰਕ।
ਪਿਆਰਿਓ ਉਦੋਂ ਜਨਮ ਲਿਆ ਰਵਿਦਾਸ ਮਹਾਰਾਜ ਜੀ ਨੇ, ਤੇ ਜਨਮ ਲੈ ਕੇ ਕਿਉਂਕਿ ਹੋਣਹਾਰ ਵਿਰਵਾਨ ਕੇ ਚਿਕਨੇ ਚਿਕਨੇ ਪਾਤ, ਕਹਿੰਦੇ ਜਿਹੜਾ ਦਰਖਤ ਵਧੀਆ ਹੁੰਦਾ, ਚੰਗੀ ਕੁਆਲਿਟੀ ਦਾ ਹੁੰਦਾ ਹੈ, ਉਹਦੀ ਸੋਚ ਦਾ ਹੀ ਫਰਕ ਹੁੰਦਾ ਹੈ। ਜਿਹੜਾ ਵਧੀਆ ਕੁਆਲਿਟੀ ਦਾ ਹੁੰਦਾ ਹੈ ਨਾ ਦਰਖਤ, ਉਹ ਦੇਖਣ ਦੇ ਵਿੱਚ ਉਹਦਾ ਰੂਪ ਰੰਗ ਸਭ ਅਲੱਗ ਹੁੰਦਾ ਹੈ। ਐਵੇਂ ਸੰਸਾਰ ਦੇ ਵਿੱਚ ਜਿਹੜਾ ਵਧੀਆ ਕੁਆਲਿਟੀ ਦਾ ਹੁੰਦਾ ਹੈ ਨਾ, ਵਧੀਆ ਸੋਚ ਵਾਲਾ ਬੰਦਾ ਹੈ, ਉਹਦੀ ਰਹਿਣੀ ਸਹਿਣੀ ਬਹਿਣੀ ਅਲੱਗ ਹੀ ਹੁੰਦੀ ਹੈ ਸੰਸਾਰ ਤੋਂ। ਤਾਂ ਹੀ ਗੁਰਬਾਣੀ ਕਹਿੰਦੀ ਹੈ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਕਹਿੰਦੇ ਸੰਸਾਰੀ ਤੇ ਭਗਤ ਦਾ ਕਦੇ ਜੋੜ ਨਹੀਂ ਹੁੰਦਾ। ਰਵਿਦਾਸ ਮਹਾਰਾਜ ਜੀ ਬਚਪਨ ਦੇ ਵਿੱਚ ਐ ਬਸ ਸ਼ਾਂਤ ਰਹਿਣਾ, ਥੋੜਾ ਬੋਲੇ ਥਿਰ ਰਹੇ, ਕਹੇ ਅਗਮ ਕੀ ਬਾਤ, ਅਨਹਦਪੁਰ ਮੇਂ ਆਰਤੀ ਕਰਤੇ ਹੈ ਦਿਨ ਰਾਤ। ਘੱਟ ਬੋਲਣਾ। ਹੁਣ ਅਸੀਂ ਤਾਂ ਚਾਰ ਬੰਦਿਆਂ ਜਿੰਨਾ ਚਿਰ ਬੋਲੀਏ ਨਾ ਸਾਨੂੰ ਤਾਂ ਸਾਹ ਨਹੀਂ ਆਉਂਦਾ। ਫਿਰ ਮਹਾਰਾਜ ਕਹਿੰਦੇ ਬੜਬੜ ਕਰੇ ਸੋ ਭੂਤ ਵੇ, ਥੋੜਾ ਬੋਲੇ ਦੇਵ, ਮਾਨ ਮਹਤ ਚਾਹੇ ਨਹੀਂ ਜੇ ਲਖਸਣ ਲਖ ਲੇਵ। ਕਹਿੰਦੇ ਜਿਹੜਾ ਬੜਬੜ ਕਰਦਾ ਉਹੀ ਬੋਲੀ ਜਾਂਦਾ। ਚਾਰ ਬੰਦੇ ਬੈਠੇ ਨੇ, ਬੜਬੜ ਕਰਨ ਵਾਲੇ ਦੀ ਨਿਸ਼ਾਨੀ ਪਤਾ ਕੀ ਹੈ? ਤੁਹਾਨੂੰ ਪਤਾ ਹੈ ਅੱਜ ਧੁੱਪ ਨਿਕਲੀ ਹੋਈ ਹੈ ਨਾ, ਚਾਰ ਬੰਦੇ ਬੈਠੇ ਹੋਣਗੇ, ਨਾਲੇ ਧੁੱਪ ਸਾਰੇ ਦੇਖਦੇ ਨੇ, ਧੁੱਪੇ ਬੈਠੇ ਨੇ। ਅੱਛਾ ਧੁੱਪ ਬਹੁਤ ਨਿਕਲੀ ਹੈ, ਉਹ ਤਾਂ ਤੈਨੂੰ ਵੀ ਪਤਾ ਉਹਨੂੰ ਵੀ ਪਤਾ, ਬਿਨਾਂ ਮਤਲਬ ਤੋਂ ਬੋਲਿਆ ਨਾ। ਫੇਰ ਬੈਠਣ ਸਾਰ ਅੱਛਾ ਪਿੰਡ 'ਚ ਕੀ ਹੋ ਗਿਆ, ਫਲਾਣੇ ਦੇ ਕੀ ਹੋ ਗਿਆ, ਜਾਂ ਫਿਰ ਐਸੀ ਸੜੀ ਹੋਈ ਗੱਲ ਕਰਨੀ ਹੈ ਜਿਹੜਾ ਬੈਠਾ ਉਹਨੂੰ ਤਪਾ ਕੇ ਰੱਖ ਦੇਣਾ, ਬਿਨਾਂ ਮਤਲਬ ਤੋਂ ਬੋਲੀ ਜਾਣਾ। ਪਰ ਜਿਹੜੇ ਰੱਬ ਦੇ ਪਿਆਰੇ ਨੇ, ਜਿਹੜੇ ਤੇਰਿਆਂ ਰੰਗਾਂ ਦੇ ਵਿੱਚ ਰਤੇ ਹੋਏ ਨੇ, ਉਹ ਥੋੜਾ ਬੋਲਦੇ ਨੇ। ਰਵਿਦਾਸ ਮਹਾਰਾਜ ਜੀ ਸ਼ਾਂਤ ਚਿੱਤ ਰਹਿੰਦੇ ਨੇ, ਆਨੰਦ ਦੇ ਵਿੱਚ ਰਹਿੰਦੇ ਨੇ, ਕਿਉਂਕਿ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ। ਪੜਨ ਦੇ ਨਾਲ ਨਹੀਂ ਗੱਲ ਬਣਨੀ, ਪੜਨ ਨਾਲ ਨਹੀਂ ਬਣਨੀ। ਗੁਰੂ ਪਾਇਆ, ਗੁਰੂ ਦਾ ਬਚਨ ਮੰਨੀਏ, ਗੁਰੂ ਦੀ ਸੇਵਾ ਕਰੀਏ। ਗੁਰੂ ਕਦੇ ਸੁਪਨੇ 'ਚ ਆਇਆ, ਹਰ ਜੀ ਤਾਂ ਕਦੇ ਸੁਪਨੇ 'ਚ ਵੀ ਨਹੀਂ ਆਇਆ। ਤੇ ਰਵਿਦਾਸ ਮਹਾਰਾਜ ਜੀ ਦੀ ਬਿਰਤੀ ਉਹ ਪ੍ਰਮਾਤਮਾ ਦੇ ਨਾਲ ਜੁੜੀ ਰਹਿੰਦੀ ਹੈ ਤੇ ਸ਼ਾਂਤ ਰਹਿੰਦੇ ਨੇ, ਉਹਦੀ ਲੀਲਾ ਨੂੰ ਦੇਖਦੇ ਰਹਿੰਦੇ ਨੇ। ਤੇ ਮਾਤਾ ਪਿਤਾ ਨੇ ਸੋਚਿਆ ਵੀ ਬੱਚਾ ਹੁਣ ਇਹ ਜਵਾਨ ਹੁੰਦਾ ਜਾਂਦਾ ਹੈ, ਇਹਨੂੰ ਕੰਮ ਲਾ ਦਈਏ। ਕੰਮ ਲਾਏ। ਕੀ ਕੰਮ? ਜਿਹੜਾ ਪੁਸਤਾਨੀ ਕੰਮ ਹੈ ਉਹ ਤਾਂ ਪਹਿਲਾਂ ਤੋਂ ਹੀ ਕਰਦੇ ਸੀ। ਰਵਿਦਾਸ ਜੀ ਜੋੜੇ ਗੰਢਣ ਲੱਗ ਗਏ, ਨਾਲ ਕਰਾਉਂਦੇ ਨੇ। ਜੋੜਾ ਬੜਾ ਸੋਹਣਾ ਬਣਾਉਂਦੇ ਨੇ ਨਾਲ, ਕੋਈ ਬਾਹਲਾ ਸਿਖਾਉਣ ਦੀ ਵੀ ਨਹੀਂ ਲੋੜ ਪਈ, ਨਾਲ ਹੀ ਲੱਗ ਗਏ। ਉਦੋਂ ਕਿਹੜਾ ਅੱਜ ਕੱਲ੍ਹ ਬਾਹਲੇ ਇੰਨੇ ਹੋਣਾ ਸਿੰਪਲ ਕੰਮ ਸੀ। ਉਧਰ ਤਾਂ ਹੁਣ ਵੀ ਕੱਚੀਆਂ ਝੌਂਪੜੀਆਂ, ਟੁੱਟੇ ਜਿਹੇ ਛੱਤਰ ਪਾਏ ਹੁੰਦੇ ਆ ਲੋਕਾਂ ਦੇ। ਤੁਸੀਂ ਜਾਂਦੇ ਹੋਵੋਗੇ ਕਾਸੀ, ਆਲੇ ਦੁਆਲੇ ਇਲਾਕੇ 'ਚ ਘੁੰਮ ਕੇ ਦੇਖੋ, ਬਹੁਤ ਬੁਰਾ ਹਾਲ ਆ ਲੋਕਾਂ ਦਾ, ਹਜੇ ਵੀ ਗਰੀਬੀ ਬਹੁਤ ਹੈ ਉੱਥੇ। ਤੇ ਰਵਿਦਾਸ ਜੀ ਐ ਜੋੜਾ ਗੰਢਦੇ ਨੇ, ਪਿਤਾ ਜੀ ਖੁਸ਼ ਹੋ ਗਏ। ਪਰ ਉਹਨਾਂ ਦਾ ਸੁਭਾਅ ਕੈਸਾ? ਸੁਭਾਅ ਐਸਾ, ਅੰਦਰ ਇੱਕ ਦਇਆ ਦਾ ਝਰਨਾ ਵਗਦਾ, ਦਇਆ ਦੇ ਝਰਨੇ ਵਗਦੇ ਨੇ। ਉਹਨਾਂ ਦੀ ਦੁਕਾਨ ਤੇ ਕੋਈ ਆ ਗਿਆ, ਕੋਈ ਗਰੀਬ ਬੰਦਾ ਲੰਘਿਆ ਜਾਂਦਾ ਹੈ, ਨੰਗੇ ਪੈਰਾਂ ਤੋਂ ਜਾਂਦਾ ਹੈ, ਕੋਈ ਸਾਧੂ ਲੰਘਿਆ ਜਾਂਦਾ ਹੈ, ਨੰਗੇ ਪੈਰਾਂ ਤੋਂ ਜਾਂਦਾ ਹੈ, ਉਹਨੂੰ ਆਵਾਜ਼ ਮਾਰਨੀ। ਜੇ ਕੋਈ ਨਵਾਂ ਜੋੜਾ ਬਣਿਆ ਉਹਦੇ ਪੈਰਾਂ 'ਚ ਪਵਾ ਦੇਣਾ। ਉਹਨੇ ਕਹਿਣਾ ਪੈਸੇ ਨਹੀਂ ਹੈਗੇ। ਉਹ ਕਹਿਣ ਲੱਗਿਆ ਕੋਈ ਨਾ, ਮੇਰੇ ਲਈ ਵੀ ਤਾਂ ਪਿਆ ਹੀ ਹੈ ਬਣਿਆ, ਤੂੰ ਲੈ ਜਾ, ਕੋਈ ਨਾ, ਤੈਨੂੰ ਧੁੱਪ ਲੱਗਦੀ ਹੈ, ਤੇਰੇ ਪੈਰ ਸੜਦੇ ਆ, ਕੱਚੇ ਰਸਤੇ ਹੁੰਦੇ ਸੀ ਕੰਡਿਆਂ ਦੇ, ਤੇਰੇ ਪੈਰਾਂ 'ਚ ਕੰਡੇ ਲੱਗਦੇ ਨੇ, ਲੈ ਜਾ। ਕਿਸੇ ਦਾ ਜੋੜਾ ਟੁੱਟਿਆ ਹੋਇਆ ਉਹਨੂੰ ਗੰਢ ਦੇਣਾ, ਕਿਸੇ ਤੋਂ ਪੈਸੇ ਨਹੀਂ ਮੰਗਣੇ। ਪਿਤਾ ਜੀ ਨੇ ਨਾਰਾਜ਼ ਹੋਣਾ ਹੈ ਵੀ ਓਹੋ ਇਹ ਤਾਂ ਪੈਸੇ ਨਹੀਂ ਲੈਂਦਾ ਕਿਸੇ ਤੋਂ, ਇਹ ਤਾਂ ਉਜਾੜ ਕੇ ਰੱਖ ਦੂਗਾ, ਇਹ ਬਾਹਲਾ ਦਾਨੀ ਹੋਇਆ ਫਿਰਦਾ। ਪਰ ਮਾਤਾ ਪਿਤਾ ਇਹ ਗੱਲ ਨੂੰ ਸਮਝ ਨਹੀਂ ਸਕਦੇ, ਕਿਉਂਕਿ ਉਹਨਾਂ ਦੀ ਸੋਚ ਬੜੀ ਉੱਚੀ ਹੈ। ਉਹਨਾਂ ਦੀ ਸੋਚ ਹੈ ਨਾ ਜਿਹੜੀ ਉੱਚੀ ਹੈ, ਉਹ ਇਹ ਨਹੀਂ ਦੇਖਦੇ ਵੀ ਇਹ ਮੇਰਾ ਪਿਓ ਹੈ, ਇਹ ਮੇਰਾ ਪੁੱਤ ਹੈ, ਇਹ ਮੇਰਾ ਪਰਿਵਾਰ ਹੈ, ਇਹ ਨਹੀਂ ਦੇਖਦੇ। ਉਹ ਕਹਿੰਦੇ ਸਾਰਿਆਂ ਦੇ ਵਿੱਚ ਕਰਤਾਰ ਹੈ। ਇਹ ਨਹੀਂ ਸੋਚਦੇ ਵੀ ਇਹ ਮੇਰਾ ਪਰਿਵਾਰ ਹੈ, ਨਾ 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 ਨਾ, ਉਹ ਕਹਿੰਦੇ ਸਾਰਿਆਂ ਦੇ ਵਿੱਚ ਕਰਤਾਰ ਹੈ, ਦੂਸਰਾ ਕੋਈ ਨਹੀਂ ਹੈ। ਮੈਂ ਤਾਂ ਸੇਵਾ ਹੀ ਆਪਣੇ ਕਰਤਾਰ ਦੀ ਕਰਦਾ। ਦਇਆ ਉਹ ਕਰ ਸਕਦਾ, ਸੇਵਾ ਉਹ ਕਰ ਸਕਦਾ ਜਿਹੜਾ ਦੂਸਰੇ ਦੇ ਵਿੱਚ ਰੱਬ, ਨਹੀਂ ਤਾਂ ਇਹਦੇ ਅੰਦਰ ਹੰਕਾਰ ਪੈਦਾ ਹੋ ਜਾਊਗਾ। ਇਹ ਕਹੂਗਾ ਮੈਂ ਦਾਤਾ ਇਹ ਮੰਗਤਾ। ਜੇ ਕੋਈ ਦਰ ਤੇ ਆ ਗਿਆ ਨਾ, ਜੇ ਤਾਂ ਇਹ ਸੋਚ ਕੇ ਇਹਦੇ ਵਿੱਚ ਵੀ ਮੇਰਾ ਕਰਤਾਰ ਹੈ, ਉਹਦੀ ਲੀਲਾ ਰਚੀ ਹੋਈ ਹੈ, ਇਹਨੂੰ ਮੈਂ ਟੁਕੜਾ ਦੇ ਦਿਆਂ, ਇਹਨੂੰ ਜੁੱਤੀ ਦੇ ਦਿਆਂ, ਤੇ ਨਹੀਂ ਤਾਂ
ਜੇ ਕਿਤੇ ਐਸੀ ਭਾਵਨਾ ਆ ਗਈ ਹੰਕਾਰ ਵਾਲੀ, ਉਹਨੂੰ ਭਿਖਾਰੀ ਸਮਝ ਲੂ, ਆਪ ਰਾਜਾ ਬਣੋ। ਪਰ ਜਦੋਂ ਚੰਗੀ ਉੱਚੀ ਸੋਚ ਹੁੰਦੀ ਹੈ, ਉਹ ਕਹਿੰਦਾ ਸਭੇ ਘਟ ਰਾਮ ਬੋਲੇ, ਇਹਦੇ ਵਿੱਚ ਵੀ ਰੱਬ ਹੈ, ਉਹਦੇ ਵਿੱਚ ਵੀ ਰੱਬ ਹੈ। ਤੇ ਪਿਆਰਿਓ, ਫਿਰ ਸਾਰਿਆਂ ਦੇ ਵਿੱਚ ਆਏ ਨਹੀਂ ਦੇਖਦਾ ਮੇਰਾ ਪਰਿਵਾਰ, ਉਹ ਕਹਿੰਦਾ ਸਾਰਿਆਂ ਦੇ ਵਿੱਚ ਕਰਤਾਰ ਹੈ, ਕੀੜੀ ਤੋਂ ਲੈ ਕੇ ਹਾਥੀ ਤੱਕ ਉਹੀ ਨਿਰੰਕਾਰ ਹੈ। ਚਿੱਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸਾਰਿਆਂ ਦੇ ਵਿੱਚੋਂ ਹੈ, ਪਰ ਐਸੀ ਭਾਵਨਾ ਬਣਾਉਣੀ ਬੜੀ ਔਖੀ ਹੈ। ਅਸੀਂ ਤਾਂ ਐਵੇਂ ਝਗੜਿਆਂ 'ਚ ਪਏ ਰਹੇ ਨੇ ਸੰਸਾਰ ਦੇ ਲੋਕ। ਅਸੀਂ ਤਾਂ ਇੱਕ ਦਿਨ ਮਨਾ ਲਏ ਤੇ ਸਾਲ ਰਵਿਦਾਸ ਮਹਾਰਾਜ ਨੂੰ ਪੁੱਛਣਾ ਨਹੀਂ ਕਿਸੇ ਨੇ। ਫਿਰ ਤਾਂ ਉਹੀ ਰਹਿ ਜਾਂਦੇ ਨੇ ਥੋੜੇ ਜਿਹੇ ਜਾਣੇ ਮੱਥਾ ਟੇਕਣ ਵਾਲੇ, ਉਹੀ ਸੇਵਾ ਵਾਲੇ ਰਹਿ ਜਾਂਦੇ ਨੇ। ਤੇ ਇੱਕ ਦਿਨ ਮਨਾ ਲਿਆ, ਇੱਕ ਦਿਨ ਨਾਲ ਗੱਲ ਨਹੀਂ ਬਣਨੀ, ਇਹ ਤਾਂ ਸਾਰੀ ਜ਼ਿੰਦਗੀ ਲਾਉਣੀ ਪੈਂਦੀ ਹੈ। ਰਵਿਦਾਸ ਮਹਾਰਾਜ ਜੀ, ਮਾਤਾ ਪਿਤਾ ਦੁਖੀ ਹੋ ਗਏ, ਕਿਉਂਕਿ ਜੇ ਮਾਂ ਪਿਓ ਬੱਚੇ ਨਾ ਕਮਾ ਕੇ ਨਾ ਲਿਆਉਣ, ਮਾਂ ਪਿਓ ਨੂੰ ਨਾ ਦੇਣ, ਤੇ ਉਹਨੂੰ ਨਲਾਇਕ ਸਮਝਦੇ ਨੇ, ਨਲਾਇਕ ਹੈ। ਘਰਦਿਆਂ ਨੇ ਅੱਡ ਕਰਤਾ। ਇਤਿਹਾਸ ਤਾਂ ਬਹੁਤ ਲੰਬਾ ਚੌੜਾ, ਆਪਾਂ ਸ਼ਾਰਟਕਟ ਦੇ ਵਿੱਚ। ਤੇ ਪਿਆਰਿਓ, ਇੱਕ ਦਿਨ ਨਾ ਇੱਕ ਸੰਗ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾ ਰਿਹਾ ਹੈ। ਤੇ ਰਵਿਦਾਸ ਮਹਾਰਾਜ ਜੀ ਦੇ ਘਰੋਂ ਮਾਤਾ ਜੀ ਕਹਿਣ ਲੱਗੇ ਵੀ ਆਪਾਂ ਵੀ ਚੱਲੀਏ। ਕਹਿਣ ਲੱਗੇ ਚਲੋ। ਗੰਗਾ ਤੇ ਚਲੇ ਗਏ ਸੰਗ ਦੇ ਨਾਲ। ਕੋਲੇ ਇੱਕ ਦਮੜਾ ਹੋਣਾ ਉਸ ਸਮੇਂ ਦਾ, ਪੈਸਾ ਇੱਕ ਅੱਧਾ। ਪਹਿਲਾਂ ਪੈਸੇ ਜਾਂ ਦਮੜੇ ਚੱਲਦੇ ਸੀ ਉਦੋਂ, ਜੋ ਵੀ ਕਰੰਸੀ ਹੋਣੀ ਆ ਉਦੋਂ ਦੀ। ਚਲੇ ਗਏ ਸਾਰੇ ਲੋਕ, ਬੜੇ ਬੜੇ ਲਾਲੇ ਕਾਸੀ ਦੇ, ਉਹ ਗੰਗਾ ਨੂੰ ਕੁਝ ਚੜਾਉਂਦੇ ਨੇ, ਕੋਈ ਕੁਝ ਚੜਾਉਂਦਾ ਹੈ, ਇਹ ਐਂ ਲਈ ਖੜੇ ਨੇ। ਮਾਤਾ ਜੀ ਕਹਿਣ ਲੱਗੇ ਤੁਸੀਂ ਵੀ ਦੇ ਦਿਓ ਗੰਗਾ ਨੂੰ ਭੇਟ। ਕਹਿਣ ਲੱਗੇ ਜੇ ਗੰਗਾ ਮਾਤਾ ਮੇਰੇ ਤੋਂ ਲਊਗੀ, ਸਵੀਕਾਰ ਕਰੂ, ਮੈਂ ਤਾਂ ਹੀ ਦਊਂ। ਮੈਂ ਕਿਹੜਾ ਪਾਣੀ ਸਮਝਦਾ, ਮੈਂ ਤਾਂ ਮਾਂ ਸਮਝ ਕੇ ਆਇਆ। ਹੁਣ ਤੀਰਥ ਤੇ ਆਪਾਂ ਜਾਂਦੇ ਆ ਨਾ, ਆਪਾਂ ਤੀਰਥ ਤੇ ਜਾਂਦੇ ਆ, ਉੱਥੇ ਜਾ ਕੇ ਆਪਾਂ ਹਾਜ਼ਰ ਨਾਜ਼ਰ ਨਹੀਂ ਸਮਝਦੇ। ਤੇ ਤੁਸੀਂ ਹੋਰ ਦੇਖ ਲਿਓ, ਦਾਸ ਅੱਗੇ ਵੀ ਬੇਨਤੀ ਕਰਦਾ, ਤੁਸੀਂ ਗੁਰਦੁਆਰੇ ਜਾਂਦੇ ਹੋ, ਕਿਸੇ ਮੰਦਿਰ ਜਾਂਦੇ ਹੋ ਨਾ ਸਾਰੇ, ਉੱਥੇ ਜਾ ਕੇ ਤੁਸੀਂ ਅਰਦਾਸ ਕਰਦੇ ਹੋ, ਹੱਥ ਜੋੜ ਕੇ ਕਰਦੇ ਆ ਨਾ ਸਾਰੇ ਅਰਦਾਸ। ਐਂ ਅੱਖਾਂ ਮੀਚ ਕੇ ਖੜ ਜਾਣਗੇ ਸਾਹਮਣੇ ਜਾ ਕੇ। ਮਹਾਰਾਜ ਜੀ ਅੱਖਾਂ ਮੀਚੀਆਂ ਹੁੰਦੀਆਂ ਨੇ ਸਾਹਮਣੇ ਮਹਾਰਾਜ ਦੀ, ਚਾਹੇ ਕੋਈ ਭਗਵਾਨ ਦੀ ਮੂਰਤੀ ਹੋਵੇ, ਚਾਹੇ ਗੁਰੂ ਗ੍ਰੰਥ ਸਾਹਿਬ ਹੋਵੇ, ਜੋ ਭਗਵਾਨ ਦਾ ਸਰੂਪ ਨੇ। ਐਂ ਹੱਥ ਜੋੜ ਕੇ ਅੱਖਾਂ ਮੀਚ ਲੈਣਗੇ, ਦਿਮਾਗ ਦੇ ਵਿੱਚੋਂ ਸੰਸਾਰ ਦੀਆਂ ਰੀਲਾਂ ਚੱਲਣਗੀਆਂ। ਸਾਡੀ ਮੱਝ ਦੁੱਧ ਦੇਣ ਲੱਗ ਜੇ, ਸਾਡਾ ਮੁੰਡਾ ਐਲਟ ਕਰ ਜਾਵੇ, ਸਾਡੇ ਆ ਹੋ ਜਾਵੇ। ਮਹਾਰਾਜ ਨੂੰ ਦੇਖ ਕੇ ਅੱਖਾਂ ਮੀਚ ਲੀਆਂ, ਦਿਮਾਗ 'ਚੋਂ ਰੀਲ ਚੱਲਦੀ ਹੈ। ਆਏ ਨਹੀਂ ਕਹਿੰਦਾ ਮਹਾਰਾਜ ਤੂੰ ਕਿਰਪਾ ਕਰ, ਤੂੰ ਮੈਨੂੰ ਦਰਸ਼ਨ ਦੇ। ਕਹਿੰਦੇ ਮਹਾਂਪੁਰਖ ਤਾਂ ਕਹਿੰਦੇ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਕੋ ਜੇ ਪੁੱਛੇ ਬਤਾ ਤੇਰੀ ਰਜਾ ਕਿਆ ਹੈ। ਉਹਦੇ ਤਾਂ ਤੂੰ ਕਿਤੇ ਸੰਗਰਾਂਦ ਵਾਲੇ ਦਿਨ ਜਾ ਕੇ ਬੇਨਤੀ ਕਰਦਾ ਹੈ, ਕਦੇ ਤੂੰ ਸਾਲ ਮਗਰੋਂ ਬੇਨਤੀ ਕਰਦਾ ਹੈ, ਠੀਕ ਹੈ। ਤੇ ਪਿਆਰਿਓ, ਜੇ ਕਿਤੇ ਤੂੰ ਉਹਦੇ ਸਾਹਮਣੇ ਚਲਿਆ ਗਿਆ, ਕਿਤੇ ਐਸੀ ਭਾਵਨਾ ਬਣਾ ਲੈ ਮਹਾਰਾਜ ਤੂੰ ਹਾਜ਼ਰ ਹੋ ਕੇ, ਤੂੰ ਸਾਰਿਆਂ ਦੇ ਚਾਹੇ ਵਿੱਚ ਵਸ ਕੇ ਮੇਰਾ ਆਹ ਕਾਰਜ ਕਰ ਦੇ। ਤੂੰ ਉਹ ਪੁੱਛੇ ਤੈਨੂੰ, ਦੱਸ ਤੈਨੂੰ ਕੀ ਚਾਹੀਦਾ। ਜਿਵੇਂ ਧੰਨੇ ਨੂੰ ਪੁੱਛਦਾ ਦੱਸ ਤੇਰਾ ਕੀ ਕਰਾਂ, ਤੇਰੀਆਂ ਗਊਆਂ ਚਾਰਾਂ, ਨੱਕੇ ਸੱਡਾਂ, ਹਲ ਬਾਹਾਂ। ਨਾਮਦੇਵ ਨੂੰ ਪੁੱਛਦਾ ਦੱਸ ਕੀ ਚਾਹੀਦਾ, ਤੇਰੀ ਝੌਂਪੜੀ ਬਣਾਵਾਂ। ਅਸੀਂ ਰੱਬ ਨੂੰ ਕਦੇ ਪ੍ਰਗਟੇ ਨਹੀਂ ਕਰਿਆ। ਅਸੀਂ ਤਾਂ ਉਹਦੇ ਸਾਹਮਣੇ ਵੀ ਅੱਖਾਂ ਮੀਚ ਕੇ, ਸਾਡੀ ਭਾਵਨਾ ਨਹੀਂ ਹੁੰਦੀ, ਸਰਦਾ ਨਹੀਂ, ਫੋਕੀਆਂ ਹੀ ਅਰਦਾਸਾਂ ਕਰੀ ਜਾਂਦੇ ਆ, ਫੋਕੀਆਂ ਹੀ। ਫਿਰ ਅਰਦਾਸਾਂ ਦਾ ਸਾਰਾ ਸੰਸਾਰ ਹੀ ਕਰਦਾ ਕਿ ਸਾਰੇ ਰਾਜੇ ਬਣ ਗਏ, ਸਾਰਿਆਂ ਦੇ ਕਾਰਜ ਸਿਮਰ ਗਏ। ਨਹੀਂ ਸਿਮਰਦੇ ਸਾਰਿਆਂ ਦੇ, ਪਰ ਜਿਹੜਾ ਉਹਨੂੰ ਪ੍ਰਤੱਖ ਜਾਣ ਕੇ ਹਾਜ਼ਰ ਕਰਦਾ ਹੈ, ਉਹਦੇ ਰੱਬ ਆਪ ਨੱਕੇ ਸੜਦਾ। ਉਹ ਤਾਂ ਆਰਾਮ ਨਾਲ ਬੈਠਾ ਦੇਖਦਾ ਹੈ, ਰੱਬ ਆਪੇ ਹੀ ਕਰਦਾ ਫਿਰਦਾ। ਪਿਆਰਿਆ, ਹੁਣ ਰਵਿਦਾਸ ਮਹਾਰਾਜ ਜੀ ਕਹਿੰਦੇ ਮੈਂ ਆਏ ਕਿਵੇਂ ਸਿੱਟਦੇ ਆ ਜੇ ਮਾਤਾ ਸਵੀਕਾਰ ਕਰੂਗੀ। ਕਹਿੰਦੇ ਗੰਗਾ ਦੇ ਵਿੱਚੋਂ ਇਹ ਹੱਥ ਨਿਕਲਿਆ, ਭੇਟਾ ਹੱਥ ਚੋਂ ਚੱਕੀ, ਤੇ ਸਾਰਾ ਸੰਸਾਰ ਦੇਖਦਾ ਰਹਿ ਗਿਆ। ਇੱਥੇ ਕਰਾਮਾਤ ਨੂੰ ਨਮਸਕਾਰ ਕਰਦਾ ਸੰਸਾਰ। ਜਦੋਂ ਦੇਖਿਆ ਵੀ ਹੱਥ ਤੋਂ ਭੇਟਾ ਚੱਕ ਲਈ, ਸਾਰੇ ਸੰਸਾਰ 'ਚ ਬੱਲੇ ਬੱਲੇ ਹੋ ਗਈ, ਜੈ ਜੈਕਾਰ ਹੋ ਗਈ। ਤੇ ਆਪਾਂ ਨੂੰ ਵੀ ਕੋਈ ਗੱਲ ਦਾ ਪਤਾ ਲੱਗ ਜੇ ਨਾ ਵੀ ਫਲਾਣੀ ਜਗ੍ਹਾ ਆਹ ਕੰਮ ਹੋ ਗਿਆ, ਉੱਥੇ ਤਾਂ ਐਡੀ ਬਖਸ਼ਿਸ਼ ਹੈ, ਆਪਾਂ ਜਦੀ ਟਰੇਲੀਆਂ ਭਰ ਕੇ ਤੁਰ ਪੈਂਦੇ ਆ। ਤੁਰਦੇ ਆ ਕਿ ਨਹੀਂ ਤੁਰਦੇ? ਤੇ ਰਵਿਦਾਸ ਮਹਾਰਾਜ ਦੀ ਸੋਭਾ ਹੋਣ ਲੱਗ ਗਈ ਸਾਰੇ ਸੰਸਾਰ 'ਚ।
ਰਵਿਦਾਸ ਮਹਾਰਾਜ ਜੀ ਦੇ ਚਰਚੇ ਬੜੇ ਬੜੇ ਦੂਰ ਦੂਰ ਰਾਜਿਆਂ ਮਹਾਰਾਜਿਆਂ ਤੱਕ ਚਰਚਾ ਪਹੁੰਚ ਗਈ। ਤੇ ਪਿਆਰਿਓ, ਲੋਕ ਰਵਿਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਆਉਂਦੇ ਨੇ। ਹੁੰਦਾ ਹੀ ਹੈ ਇਹ ਤਾਂ, ਜੇ ਜਿੱਥੇ ਕੋਈ ਚਮਤਕਾਰ ਹੈ ਉੱਥੇ ਹੀ ਸੰਸਾਰ ਨਮਸਕਾਰ ਕਰਦਾ, ਉਹ ਤਾਂ ਨਹੀਂ ਕਰਦਾ ਕਿਤੇ। ਜਿਹਦੇ ਤੱਕ ਮਤਲਬ ਹੈ ਉਹਨੂੰ ਜੀ ਜੀ ਕਹਿੰਦਾ, ਦੂਏ ਨੂੰ ਤਾਂ ਕਹਿੰਦਾ ਜਾ ਮੈਂ ਤੇਤੋਂ ਕੀ ਲੈਣਾ। ਮਤਲਬ ਹੀ ਹੈ ਨਾ, ਅਰਥ ਅਰਥੀ ਭਗਤੀ ਹੈ ਨਾ ਸਾਰਿਆਂ ਦੀ। ਮਹਾਂਪੁਰਖ ਤਾਂ ਕਹਿੰਦੇ ਸਵਾਰਥ ਲਾਗ ਕਰੇ ਸਭ ਪ੍ਰੀਤੀ, ਸੁਰ ਨਰ ਮੁਣਜਨ ਕੀ ਜਹ ਰੀਤੀ। ਕਹਿੰਦੇ ਸਾਰਿਆਂ ਦੀ ਸਵਾਰਥ ਦੀ ਪ੍ਰੀਤੀ ਹੈ। ਹੁਣ ਉੱਥੇ ਬੜੇ ਬੜੇ ਰਾਜੇ ਮਹਾਰਾਜੇ, ਜਿੱਥੇ ਤੱਕ ਖਬਰਾਂ ਪਹੁੰਚਦੀਆਂ ਨੇ, ਮਾਤਾਵਾਂ ਦੇ ਵਿੱਚ ਬੜਾ ਵੱਡਾ ਭਾਵ ਹੁੰਦਾ ਹੈ। ਚਿਤੌੜਗੜ੍ਹ ਦੀ ਰਾਣੀ ਝਾਲੀ ਬਾਈ, ਉਹਨੂੰ ਵੀ ਪਤਾ ਲੱਗਿਆ ਵੀ ਇੱਕ ਕਾਸ਼ੀ ਦੇ ਵਿੱਚ ਇਹੋ ਜਿਹਾ ਭਗਤ ਰਹਿੰਦਾ, ਇਹੋ ਜਿਹਾ ਸੰਤ ਰਹਿੰਦਾ। ਪਹਿਲੀ ਵਾਰ ਐਸਾ ਸੁਣਿਆ, ਐਸਾ ਦੇਖਿਆ ਵੀ ਗੰਗਾ ਨੇ ਆਪ ਉਹ ਤੋਂ ਦਮੜਾ ਫੜਿਆ। ਤੇ ਮਾਈਆਂ ਨੂੰ ਤਾਂ ਵਿਚਾਰੀਆਂ ਨੂੰ ਜਦੋਂ ਪਤਾ ਲੱਗ ਜੇ ਫੇਰ ਤਾਂ ਐਂ ਹੁੰਦਾ ਵੀ ਕਦੋਂ ਅਸੀਂ ਦਰਸ਼ਨ ਕਰ ਲਈਏ ਜਾ ਕੇ। ਫਿਰ ਤਾਂ ਇਹ ਹੁੰਦਾ ਨਾ, ਪਤਾ ਲੱਗ ਜੇ ਇੱਕ ਵਾਰ। ਇਹਨਾਂ ਨੂੰ ਤਾਂ ਵਿਚਾਰੀਆਂ ਨੂੰ ਕਿਸੇ ਸਿਆਣੇ ਦਾ ਪਤਾ ਲੱਗ ਜੇ ਵੀ ਉਹ ਪੁੱਛਿਆ ਵਧੀਆ ਪਾਉਂਦਾ ਹੈ, ਘਰਦਿਆਂ ਦੀ ਜਾਨ ਖਾ ਲੈਂਦੀਆਂ ਨੇ ਵੱਢ ਕੇ, ਜਾਣਾ ਹੀ ਜਾਣਾ ਤਾਂ ਉਹਨੂੰ ਨਹੀਂ ਪਤਾ ਹੁੰਦਾ ਕਿ ਨਹੀਂ ਹੁੰਦਾ। ਤੇ ਉਹ ਤਾਂ ਫੇਰ ਸੰਤ ਹੈ, ਰੱਬ ਦਾ ਪਿਆਰ ਹੈ, ਬੰਦਗੀ ਵਾਲਾ, ਸਿਮਰਨ ਵਾਲਾ। ਤੇ ਜਦੋਂ ਝਾਲੀ ਬਾਈ ਨੂੰ ਪਤਾ ਲੱਗਿਆ, ਰਾਜੇ ਨੂੰ ਕਹਿਣ ਲੱਗੀ, ਰਾਜਨ ਮੈਂ ਕਾਸ਼ੀ ਜਾਣਾ ਹੈ। ਹੁਣ ਤੀਰਥ ਤੇ ਦੁਨੀਆ ਹੀ ਜਾਂਦੀ ਹੈ। ਕਹਿਣ ਲੱਗਿਆ ਜਾਇਆ, ਮੈਂ ਉੱਥੇ ਸਾਧੂਆਂ ਦੇ ਦਰਸ਼ਨ ਕਰਨ ਜਾਣਾ ਹੈ, ਜਾਇਓ। ਤੇ ਪਿਆਰਿਓ, ਹੁਣ ਜਦੋਂ ਕਿਸੇ ਰਾਜੇ ਰਾਣੀ ਨੇ ਆਉਣਾ ਹੋਵੇ, ਸਾਰੇ ਨਗਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕੋਈ ਤੀਰਥ ਹੈ, ਉੱਥੇ ਖਬਰ ਫੈਲਦੀ ਆ, ਸੋਡੇ ਪਿੰਡੇ ਹਜੇ ਤਾਂ ਵਿਚਾਰਿਆਂ ਵੋਟਾਂ 'ਚ ਖੜੇ ਨੇ, ਮੜ ਜਾ ਸੁਨੇਹਾ ਆ ਜੇ, ਇੱਕ ਪਾਰਟੀ ਵਾਲੇ ਸਾਰੇ ਪਿੰਡ ਨੂੰ ਇਕੱਠਾ ਕਰ ਲੈਂਦੇ ਨੇ, ਉਧਰੋਂ ਦੂਈ ਪਾਰਟੀ ਵਾਲੇ ਦੂਏ ਸਾਰੇ ਪਿੰਡ ਨੂੰ ਇਕੱਠਾ ਕਰ ਲੈਂਦੇ ਨੇ, ਰੌਲਾ ਤਾਂ ਪੈਂਦਾ ਹੀ ਹੈ ਨਾ। ਹੁਣ ਪਤਾ ਲੱਗ ਗਿਆ ਕਾਸ਼ੀ ਦੇ ਵਿੱਚ ਚਿਤੌੜਗੜ੍ਹ ਦੀ ਰਾਣੀ ਕਾਸ਼ੀ ਦੇ ਵਿੱਚ ਗੰਗਾ ਇਸ਼ਨਾਨ ਕਰਨ, ਦਰਸ਼ਨ ਕਰਨ ਆ ਰਹੀ ਹੈ। ਸਾਰੇ ਪੰਡਤਾਂ ਨੂੰ ਚਾਅ ਚੜ ਗਿਆ, ਰਾਣੀ ਆਊ, ਦਾਨ ਦਕਸ਼ਨਾ ਦਊ। ਕਿਉਂਕਿ ਇਹ ਤਾਂ ਵੈਸੇ ਹੀ ਹੈ, ਕਿਤੇ ਵੀ ਕਿਸੇ ਗੁਰੂ ਦੇ ਦਰਸ਼ਨ ਕਰਨ ਜਾਓ, ਕਿਸੇ ਤੀਰਥ ਸਥਾਨ ਤੇ ਜਾਓ, ਕਿਸੇ ਧਾਰਮਿਕ ਸਥਾਨ ਤੇ ਜਾਓ, ਗੁਰੂ ਦੇ ਜਦੋਂ ਅਸੀਂ ਦਰਸ਼ਨ ਕਰਦੇ ਹਾਂ, ਕੁਝ ਨਾ ਕੁਝ ਤਿਲ ਫੁੱਲ ਭੇਟਾ ਅਸੀਂ ਚੜਾਉਣੇ ਹੀ ਚੜਾਉਣੇ ਆ, ਚਾਹੇ ਗਰੀਬ ਹੈ ਚਾਹੇ ਅਮੀਰ ਹੈ। ਪਰ ਜਦੋਂ ਪਤਾ ਲੱਗਿਆ ਰਾਣੀ ਨੇ ਆਉਣਾ, ਫਿਰ ਹੋਰ ਜ਼ਿਆਦਾ ਚਾਅ ਚੜ ਗਿਆ, ਕਿਉਂਕਿ ਜਿੱਡਾ ਵੱਡਾ ਬੰਦਾ ਹੁੰਦਾ ਉਹਨਾਂ ਵੱਧ ਦਾਨ ਕਰਦਾ। ਕਿਉਂਕਿ ਜਿਹੜਾ ਗਰੀਬ ਹੈ 1 ਰੁਪਈਆ ਚੜਾ ਦੂ, ਥੋੜਾ ਜਿਹਾ ਸੈੱਟ ਹੈ 5 ਰੁਪਏ ਚੜਾ ਦੂ, 10 ਚੜਾ ਦੂ, ਤੇ ਨਹੀਂ ਤਕਰੀਬਨ 10 ਵਾਲੀ ਤਾਂ ਸਾਰੀ ਦੁਨੀਆ ਹੀ ਹੁੰਦੀ ਹੈ। ਤੇ ਜਿਹੜਾ ਥੋੜਾ ਜਿਹਾ ਲੈਵਲ ਦਾ ਬੰਦਾ 100 ਚੜਾ ਦੂ, ਜਿਹੜਾ ਜ਼ਿਆਦਾ ਵੱਡਾ ਹੈ ਉਹ ਫਿਰ ਬੜਾ ਨੋਟ ਚੜਾ ਦੂ। ਜਾਂ ਫਿਰ ਜਿਹੜੇ ਰਾਜੇ ਲੋਕ ਨੇ ਉਹ ਹੀਰੇ ਵੀ ਚੜਾਉਂਦੇ ਨੇ ਜਦੋਂ ਜਾਂਦੇ ਨੇ, ਕਿਹੜਾ ਕਮੀ ਹੁੰਦੀ ਹੈ। ਹੁਣ ਪੰਡਤਾਂ ਨੂੰ ਚਾਅ ਚੜ ਗਿਆ ਵੀ ਚਿਤੌੜਗੜ੍ਹ ਦੀ ਰਾਣੀ ਆ ਰਹੀ ਹੈ, ਸਾਰੇ ਪੰਡਤਾਂ ਨੂੰ ਵਧੀਆ ਦਾਨ ਦਕਸ਼ਨਾ ਮਿਲੂਗੀ, ਅੱਜ ਭੰਡਾਰੇ ਹੋਣਗੇ। ਹੁਣ ਉਹ ਕਾਸ਼ੀ ਦੇ ਵਿੱਚ ਆਈ, ਪੰਡਤ ਤਿਆਰ ਤਿਉਰ ਹੋ ਕੇ ਖੜੇ ਨੇ ਸਾਰੇ, ਹੁੰਦਾ ਹੀ ਹੈ, ਸਭ ਨੂੰ ਚਾਅ ਹੁੰਦਾ। ਤੇ ਪਿਆਰਿਓ, ਉਹਨੇ ਆਉਣ ਸਾਰੇ ਇਹ ਪੁੱਛਿਆ ਵੀ ਰੈਦਾਸ ਜੀ ਕਿੱਥੇ ਰਹਿੰਦੇ ਨੇ। ਕਿਸੇ ਨੇ ਦੱਸਿਆ, ਅੱਛਾ ਉਹ ਰੈਦਾਸ, ਕਹਿੰਦੇ ਉਹ ਤਾਂ ਫਲਾਣੀ ਜਗ੍ਹਾ ਰਹਿੰਦੇ ਨੇ। ਤੇ ਹੁਣ ਰਾਣੀ ਸੀ, ਕਹਿਣ ਲੱਗੀ ਚਲੋ ਮੈਨੂੰ ਉੱਥੇ ਨੂੰ ਲੈ ਕੇ ਚੱਲੋ। ਚੱਲ ਪਏ। ਹੁਣ ਨਾ ਤਾਂ ਗੰਗਾ ਇਸ਼ਨਾਨ ਕਰਿਆ, ਨਾ ਪੰਡਤਾਂ ਦੇ ਕਿਸੇ ਮੰਦਿਰ 'ਚ ਗਏ, ਨਾ ਕਾਸ਼ੀ ਵਿਸ਼ਵਨਾਥ ਗਈ, ਕਿਉਂਕਿ ਕਾਸ਼ੀ ਦੇ ਵਿੱਚ ਤਾਂ ਸ਼ਿਵਜੀ ਭਗਵਾਨ ਦਾ ਮੰਦਿਰ ਹੈ ਨਾ ਬਹੁਤ ਤਕੜਾ, ਉੱਥੇ ਲੋਕ ਦਰਸ਼ਨ ਕਰਨ, ਨਾ ਉੱਥੇ ਗਈ, ਸਿੱਧੀ ਰਵਿਦਾਸ ਜੀ ਦੇ। ਕਿਉਂਕਿ ਜਿੱਥੇ ਸਾਡੀ ਟੇਕ ਹੋਵੇ ਨਾ, ਅਸੀਂ ਪਹਿਲਾਂ ਉੱਥੇ ਜਾਂਦੇ ਹਾਂ। ਵੈਸੇ ਵੀ ਕਿਤੇ ਜਾਣਾ ਹੋਵੇ, ਜਿੱਡਾ ਮਰਜ਼ੀ ਕੋਈ ਤੀਰਥ ਹੋਵੇ, ਤੇ ਜਿੱਥੇ ਸਾਡਾ ਨਿਸ਼ਾਨਾ ਹੁੰਦਾ ਪਹਿਲਾਂ ਉੱਥੇ ਜਾਂਦੇ ਆ। ਉਹ ਸਿੱਧੀ ਹੋ ਗਈ ਰਵਿਦਾਸ ਮਹਾਰਾਜ ਜੀ ਦੇ ਜਿੱਥੇ ਸਥਾਨ ਸੀ। ਹੁਣ ਰਵਿਦਾਸ ਮਹਾਰਾਜ ਜੀ ਦੀ ਸੋਭਾ ਬਹੁਤ ਫੈਲ ਰਹੀ ਸੀ। ਰਵਿਦਾਸ ਮਹਾਰਾਜ ਜੀ ਇੱਕ ਥੜੇ ਤੇ ਬੈਠੇ ਨੇ, ਤੇ ਐਂ ਸੰਗਤਾਂ ਜੁੜੀਆਂ ਹੋਈਆਂ ਨੇ, ਬਹੁਤ ਇਕੱਠ ਹੋਇਆ ਹੋਇਆ, ਇੰਨਾ ਇਕੱਠ। ਤੇ ਹੁਣ ਇਹ ਆਈ, ਹੁਣ ਸਿਆਣੇ ਪੁਰਸ਼ ਦੀ ਇੱਕ ਨਿਸ਼ਾਨੀ ਹੁੰਦੀ ਹੈ ਪਿਆਰਿਓ,
ਜਿਹਨੇ ਕੁਝ ਪਾਉਣਾ ਹੁੰਦਾ ਹੈ, ਜਿਹਨੇ ਕੁਝ ਪ੍ਰਾਪਤ ਕਰਨਾ ਹੁੰਦਾ ਹੈ ਸਾਧੂਆਂ ਦੀ ਸੰਗਤ ਦੇ ਵਿੱਚੋਂ, ਉਹਦੀ ਨਿਸ਼ਾਨੀ ਇਹ ਹੈ। ਹੁਣ ਸੰਗਤਾਂ ਟਿਕੀਆਂ ਹੋਈਆਂ ਨੇ, ਰਵਿਦਾਸ ਮਹਾਰਾਜ ਜੀ ਗਾ ਰਹੇ ਨੇ, ਸਤਸੰਗ ਕਰ ਰਹੇ ਨੇ। ਉਹ ਆਈ ਰਥ ਦੇ ਉੱਪਰ, ਦੂਰ ਖੜਾ ਲਿਆ ਰਥ, ਹੌਲੀ ਕਿਤੇ ਨੇ ਉਤਰ ਕੇ ਹੌਲੀ ਹੌਲੀ ਆਉਂਦੀ ਹੈ। ਸਾਰਿਆਂ ਨੂੰ ਕਹਿਤਾ ਤੁਸੀਂ ਇੱਥੇ ਹੀ ਰੁਕ ਜਾਓ। ਆਪ ਆਈ ਸਾਹਮਣੇ ਰਵਿਦਾਸ ਜੀ ਦੇ ਦਰਸ਼ਨ ਕਰੇ। ਜਿਸ ਮਿਲਿਆ ਹੋਏ ਆਨੰਦ ਸੋ ਸਤਿਗੁਰ ਕਹੀਏ। ਕਹਿੰਦੇ ਜਿਹਨੂੰ ਮਿਲਣ ਦੇ ਨਾਲ ਆਨੰਦ ਹੋਵੇ, ਜਿਹਦੇ ਦਰਸ਼ਨ ਕਰਨ ਦੇ ਨਾਲ ਮਨ ਨੂੰ ਸ਼ਾਂਤੀ ਮਿਲੇ, ਜਿਹਦੇ ਦਰਸ਼ਨ ਕਰਨ ਦੇ ਨਾਲ ਮਨ ਝਿਜੋੜਿਆ ਜਾਵੇ। ਤੇ ਪਿਆਰਿਓ, ਐਂ ਜਦੋਂ ਦਰਸ਼ਨ ਕਰੇ ਨਾ, ਮਨ ਨੂੰ ਸ਼ਾਂਤੀ ਆ ਗਈ, ਸ਼ਾਂਤੀ, ਆਨੰਦ। ਤੇ ਆ ਕੇ ਸਾਰਿਆਂ ਨੂੰ ਮਗਰਲੇ ਪਾਸੇ ਬੈਠ ਗਈ। ਮਨ 'ਚ ਸੋਚਦੀ ਹੈ, ਜੋ ਸੁਣਿਆ ਸੀ ਦਰਸ਼ਨਾਂ ਦੇ ਵਿੱਚ ਉਨਾ ਹੀ ਆਨੰਦ ਹੈ। ਬੰਦਗੀ ਵਾਲੇ, ਕਮਾਈ ਵਾਲੇ ਦਾ ਚਿਹਰਾ ਹੀ ਵੱਖਰਾ ਹੁੰਦਾ ਪਿਆਰਿਓ, ਚਿਹਰਾ ਵੱਖਰਾ। ਤੇ ਐਂ ਜਦੋਂ ਬੈਠੀ ਸੋਚਦੀ ਹੈ, ਰਵਿਦਾਸ ਮਹਾਰਾਜ ਜੀ ਸਤਸੰਗ ਕਰਦੇ ਨੇ, ਅਨੇਕਾਂ ਹੀ ਉਦਾਹਰਨਾਂ ਦੇ ਰਹੇ ਨੇ, ਬਾਣੀ ਬੋਲ ਰਹੇ ਨੇ। ਰਵਿਦਾਸ ਮਹਾਰਾਜ ਜੀ ਕੀ ਇੱਕੇ ਗੱਲ ਜਗਾ ਰਹੇ ਨੇ, ਭਾਈ ਉਸ ਪ੍ਰਮਾਤਮਾ ਦਾ ਸਿਮਰਨ ਕਰੋ, ਪਾਪਾਂ ਤੋਂ ਮੁਖ ਮੋੜੋ, ਮਾੜੇ ਪਾਸੇ ਦਾ ਤਿਆਗ ਕਰੋ, ਝੂਠੀਆਂ ਗੱਲਾਂ ਦੇ ਵਿੱਚ ਨਾ ਪਵੋ। ਰਵਿਦਾਸ ਮਹਾਰਾਜ ਜੀ ਕਹਿੰਦੇ, ਜਿਹੜਾ ਬੰਦਾ ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ ਨਾ, ਹਰ ਕਾ ਸਿਮਰਨ ਛੱਡ ਕੇ, ਉਸ ਪ੍ਰਮਾਤਮਾ ਦੇ ਸਿਮਰਨ ਨੂੰ ਛੱਡ ਕੇ। ਤੇ ਅੱਜ ਆਪਾਂ ਦੇਖ ਲਓ ਪਿਆਰਿਓ, ਪ੍ਰਭੂ ਦੇ ਸਿਮਰਨ ਵਾਲੇ ਨੂੰ ਕਿੰਨੇ ਕੁ ਜਾ ਰਹੇ ਆ। ਹਰ ਕਾ ਸਿਮਰਨ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਂਗੇ ਸਤ ਭਾਖੇ। ਰਵਿਦਾਸ ਕਹਿੰਦੇ ਜਿਹੜਾ ਪ੍ਰਭੂ ਦੀ ਬੰਦਗੀ ਨੂੰ ਛੱਡ ਕੇ ਆਣ ਚੀਜ਼ਾਂ ਦਾ ਸਿਮਰਨ ਕਰੀ ਜਾਂਦਾ ਹੈ, ਸੰਸਾਰ ਬਾਰੇ ਸੋਚੀ ਜਾਂਦਾ ਹੈ ਵੀ ਮੈਨੂੰ ਆਹ ਮਿਲ ਜੇ, ਆਹ ਮਿਲ ਜਵੇ। ਹਰ ਕਾ ਸਿਮਰਨ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਂਗੇ। ਰਵਿਦਾਸ ਮਹਾਰਾਜ ਜੀ ਕਹਿੰਦੇ ਨੇ, ਉਹ ਦੋਜਕ ਨੂੰ ਜਾਣਗੇ। ਕਹਿੰਦੇ ਰਵਿਦਾਸ ਗੁਰੂ ਜੀ 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 ਦੋਜਖ ਨੂੰ ਜਾਣਗੇ। ਕਹਿੰਦੇ ਰਵਿਦਾਸ ਗੁਰੂ ਜੀ ਦੋਜਕ 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 ਨੂੰ ਜਾਣਗੇ। ਕਹਿੰਦੇ ਰਵਿਦਾਸ ਗੁਰੂ ਜੀ ਦੋਜਖ ਨੂੰ ਜਾਣਗੇ। ਕਹਿੰਦੇ ਰਵਿਦਾਸ ਗੁਰੂ ਜੀ ਦੋਜਕ ਨੂੰ ਜਾਣਗੇ। ਕਹਿੰਦੇ ਰਵਿਦਾਸ ਗੁਰੂ ਜੀ ਕਹਿੰਦੇ ਰਵਿਦਾਸ ਗੁਰੂ ਜੀ। 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 ਕਹਿੰਦੇ
ਕਹਿੰਦੇ ਰਵਿਦਾਸ ਗੁਰੂ ਜੀ ਦੋਜਖ ਨੂੰ ਜਾਣਗੇ ਕਹਿੰਦੇ ਰਵਿਦਾਸ ਗੁਰੂ ਜੀ ਦੋਜਖ ਨੂੰ ਜਾਣਗੇ ਕਹਿੰਦੇ ਰਵਿਦਾਸ ਗੁਰੂ ਜੀ ਦੋਜਖ ਨੂੰ ਜਾਣਗੇ ਕਹਿੰਦੇ ਰਵਿਦਾਸ ਗੁਰੂ ਜੀ ਹਰ ਸਿਉ ਹੀਰਾ ਸਾੜ ਕੇ ਕਰੇ ਨਾਨਕੀ ਆਸ ਤੇ ਨਰ ਦੋਜਖ ਜਾਏਂਗੇ ਸਤ ਪਾਛੇ ਰਵਿਦਾਸ ਰਵਿਦਾਸ ਜੀ ਕਹਿੰਦੇ ਜਿਹੜੇ ਪ੍ਰਮਾਤਮਾ ਨੂੰ ਵਿਸਾਰ ਕੇ ਕੱਲ ਸੰਸਾਰ ਦੀ ਉਹ ਆਸ ਕਰੀ ਜਾਂਦੇ ਨੇ, ਕਹਿੰਦੇ ਉਹ ਦੋਜ਼ਖ ਨੂੰ ਜਾਣਗੇ। ਕਿਉਂਕਿ ਗੁਰਬਾਣੀ ਵੀ ਕਹਿੰਦੀ ਹੈ ਅੰਤ ਮਤਾ ਸੋਈ ਗਤਾ, ਜਿਹੋ ਜਿਹਾ ਚਿੰਤਨ ਕਰੂਗਾ ਉਹੇ ਜਿਹੀ ਉਹਦੀ ਗਤੀ ਹੋ ਜਾਣੀ ਹੈ, ਉਹੇ ਜਿਹੀਆਂ ਜੂਨੀਆਂ 'ਚ ਚਲਿਆ ਜਾਣਾ ਹੈ। ਇਸੇ ਕਰਕੇ ਰਵਿਦਾਸ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ। ਉਹ ਝਾਲੀ ਬਾਈ ਮਗਰ ਬੈਠੀ ਸੁਣੀ ਜਾਂਦੀ ਹੈ, ਉਹ ਸੋਚਦੀ ਹੈ ਮੈਂ ਤਾਂ ਸਾਰੀ ਜ਼ਿੰਦਗੀ ਸੰਸਾਰ ਦੀਆਂ ਮੈਨੂੰ ਆ ਵੀ ਹੋ ਜੇ, ਮੇਰਾ ਆ ਵੀ ਹੋ ਜੇ, ਮੈਂ ਐਂ ਕਰਾਂ, ਮੈਂ ਐਂ ਕਰਾਂ, ਆਈ ਜੀਵਨ ਲੰਘਾਤਾ ਮੈਂ ਤਾਂ, ਪਰ ਕਦੇ ਰੱਬ ਵਾਲੇ ਪਾਸੇ ਨਹੀਂ ਗਈ। ਅੱਜ ਤਾਂ ਮੈਨੂੰ ਗਿਆਨ ਮਿਲ ਗਿਆ, ਅੱਜ ਤੋਂ ਬਾਅਦ ਮੈਂ ਸੰਕਲਪ ਕਰਦੀ ਹਾਂ ਮੈਂ ਪ੍ਰਮਾਤਮਾ ਦੇ ਸਿਮਰਨ ਤੋਂ ਬਿਨਾਂ ਸੰਸਾਰ ਦੀਆਂ ਝੂਠੀਆਂ ਆਸਾਂ ਛੱਡ ਦੇਣੀਆਂ ਨੇ। ਅਸੀਂ ਵੀ ਬੈਠੇ ਹੁੰਦੇ ਹਾਂ ਸਤਸੰਗ ਦੇ ਵਿੱਚ, ਅਸੀਂ ਵੀ ਸਿਰ ਮਾਰਦੇ ਹਾਂ ਵੀ ਗੱਲ ਤਾਂ ਠੀਕ ਹੈ, ਅਸੀਂ ਪ੍ਰਭੂ ਦਾ ਸਿਮਰਨ ਕਰਾਂਗੇ, ਪਰ ਜਦੋਂ ਉੱਠੇ ਗੇਟ ਤੋਂ ਬਾਹਰ ਨਿਕਲੇ ਨਹੀਂ, ਸੂਈ ਉੱਥੇ ਦੀ ਉੱਥੇ ਫਿਰ ਚਲੀ ਜਾਂਦੀ ਹੈ। ਹੁਣ ਰਵਿਦਾਸ ਮਹਾਰਾਜ ਜੀ ਬਚਨ ਕਰਦੇ ਨੇ, ਇਹ ਇੱਕ ਇੱਕ ਬਚਨ ਨੂੰ ਆਪਣੇ ਹਿਰਦੇ ਦੇ ਵਿੱਚ ਪਰੋਂਦੀ ਹੈ ਪਿਆਰਿਓ। ਤੇ ਸਤਸੰਗ ਦੀ ਸਮਾਪਤੀ ਹੋਈ, ਸੰਗਤਾਂ ਉੱਠ ਉੱਠ ਕੇ ਜਾ ਰਹੀਆਂ ਨੇ, ਇਹ ਵੀ ਆ ਕੇ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਉੱਚੀ ਉੱਚੀ ਰੋਣ ਲੱਗ ਗਈ, ਧਾਹਾਂ ਮਾਰ ਮਾਰ ਕੇ। ਰਵਿਦਾਸ ਮਹਾਰਾਜ ਕਹਿੰਦੇ ਭਾਈ ਉੱਠੋ, ਕੌਣ ਹੋ, ਕਿੱਥੋਂ ਆਏ ਹੋ? ਕਹਿਣ ਲੱਗੀ ਜੀ ਮੈਂ ਚਤੌੜਗੜ੍ਹ ਦੀ ਰਾਣੀ ਆ, ਸਾਰਾ ਜੀਵਨ ਆਨੰਦ ਦੇ ਵਿੱਚ ਬਤੀਤ ਕਰਿਆ, ਸੰਸਾਰ ਦੇ ਭੋਗਾਂ ਵਿਲਾਸਾਂ ਦੇ ਵਿੱਚ ਬਤੀਤ ਕਰ ਲਿਆ, ਕੋਈ ਸੰਸਾਰ ਦੀ ਮੇਰੇ ਕੋਲੇ ਕਮੀ ਨਹੀਂ, ਪਰ ਜੋ ਮੈਂ ਬਚਨ ਆਪ ਜੀ ਦੇ ਅੱਜ ਸੁਣੇ ਨੇ, ਮੈਂ ਸੋਚਦੀ ਹਾਂ ਮੈਂ ਸਾਰਾ ਜੀਵਨ ਐਵੇਂ ਹੀ ਬਰਬਾਦ ਕਰਤਾ। ਤਾਂ ਹੀ ਕਹਿੰਦੇ ਨੇ ਨਾ, ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਮੈਂ ਹੀਰਿਆਂ ਵਰਗਾ ਜਨਮ ਕੌਡੀਆਂ ਦੇ ਬਦਲੇ ਰੋਲ ਕੇ ਰੱਖਤਾ, ਖਾ ਲਿਆ, ਭੋਗ ਭੋਗ ਲੈ, ਸੌਲੇ, ਹਕੂਮਤ ਚਲਾ ਲਈ, ਆਈ ਜੀਵਨ ਬਰਬਾਦ ਕਰਤਾ। ਪਰ ਮੈਨੂੰ ਪਤਾ ਨਹੀਂ ਸੀ ਵੀ ਪ੍ਰਭੂ ਦਾ ਸਿਮਰਨ ਕਰਨਾ ਜ਼ਰੂਰੀ ਹੈ। ਮੈਨੂੰ ਇਹ ਨਹੀਂ ਸੀ ਪਤਾ ਵੀ ਅੱਗੇ ਵੀ ਜਨਮ ਲੈਣੇ ਪੈਣਗੇ, ਮੈਨੂੰ ਇਹ ਨਹੀਂ ਸੀ ਪਤਾ ਪਹਿਲਾਂ ਵੀ ਜਨਮ, ਮੈਂ ਤਾਂ ਇੱਥੇ ਹੀ ਜਿਵੇਂ ਉਹ ਸਮੁੰਦਰ ਦਾ ਦੂਆ ਕਿਨਾਰਾ ਨਹੀਂ ਦਿੰਦਾ, ਮੈਨੂੰ ਵੀ ਐਂ ਲੱਗਦਾ ਸੀ ਵੀ ਬਸ ਆਹੀ ਹੈ। ਪਰ ਮੈਨੂੰ ਤੁਹਾਡੇ ਬਚਨ ਸੁਣ ਕੇ ਮੈਨੂੰ ਅੱਜ ਪਤਾ ਲੱਗ ਗਿਆ। ਹੁਣ ਕਿਰਪਾ ਕਰਕੇ ਆਪਣੇ ਚਰਨਾਂ 'ਚ ਰੱਖ ਲਓ। ਰਵਿਦਾਸ ਜੀ ਕਹਿਣ ਲੱਗੇ ਭਾਈ ਤੈਨੂੰ ਪਤਾ ਕਿੰਨੇ ਰੌਲੇ ਨੇ ਸੰਸਾਰ 'ਚ। ਨਹੀਂ ਨਹੀਂ ਤੂੰ ਕੋਈ ਗੱਲ ਨਹੀਂ, ਆ ਗਈ ਠੀਕ ਹੈ, ਹੁਣ ਤੂੰ ਜਾ ਉੱਥੇ ਜਾ ਕੇ ਮੰਦਿਰਾਂ ਦੇ ਦਰਸ਼ਨ ਕਰ, ਗੰਗਾ ਦਾ ਇਸ਼ਨਾਨ ਕਰ, ਦਾਨ ਪੁੰਨ ਕਰ ਜਾ ਕੇ। ਨਹੀਂ ਮਹਾਰਾਜ ਮੈਨੂੰ ਤਾਂ ਤੁਸੀਂ ਨਾਮ ਦੇ ਦਿਓ, ਮੈਨੂੰ ਆਪਣੇ ਚਰਨਾਂ ਦੀ ਦਾਸੀ ਬਣਾ ਲਓ। ਰਵਿਦਾਸ ਜੀ ਕਹਿੰਦੇ ਨਹੀਂ ਨਹੀਂ, ਮੈਂ ਤਾਂ ਨੀਚ ਜਾਤੀ ਦਾ, ਤੂੰ ਕਿਸੇ ਉੱਚੀ ਜਾਤੀ ਵਾਲੇ ਨੂੰ ਗੁਰੂ ਬਣਾ। ਅੱਜ ਦਾ ਤਾਂ ਸਮਾਂ ਹੋ ਰਿਹਾ ਹੈ, ਆਜੋ ਆਜੋ ਛੇਤੀ ਕਰੋ, ਮੇਰੀਆਂ ਵੋਟਾਂ ਬਣ ਜਾਣਗੀਆਂ, ਨਾਮ ਲੈ ਲਓ, ਆ ਗੁਰੂ ਵਾਲੇ ਬਣ ਜਾਓ, ਆ ਕੇ ਛੇਤੀ ਕਰੋ। ਇਹ ਨਹੀਂ ਸੋਚਣਾ ਵੀ ਉਹ ਜਾਂਦਾ ਹੀ ਭਾਵੇਂ ਰਸਤੇ ਜਾਂਦਾ ਹੀ ਸ਼ਰਾਬ ਦੀ ਬੋਤਲ ਲੈ ਲਵੇ, ਇਹ ਨਹੀਂ ਸੋਚਣਾ ਕਿਸੇ ਨੇ। ਨਾ ਜਗਿਆਸੂ ਦੇਖਦਾ ਕੋਈ, ਤਾਂ ਹੀ ਤਾਂ ਤੀਏ ਇੱਕ ਦਿਨ ਆ ਥੋੜੇ ਜਿਹੇ ਦਿਨ ਬਾਲਟੀਆਂ ਖੜਕਦੀਆਂ ਨੇ, ਮੁੜ ਕੇ ਸੂਈ ਫੇਰ ਉੱਥੇ ਐਂ ਪੁੱਛਣਾ ਪੈਂਦਾ ਕਿੰਨੇ ਵੀ ਵਾਰ ਅੰਮ੍ਰਿਤ ਛਕ ਲਿਆ ਭਾਈ ਤੈਂ, ਹੁਣ ਕਿੰਨੇ ਗੁਰੂ ਬਦਲ ਲਏ ਤੈਂ। ਪਹਿਲਾਂ ਜੀ ਮੈਂ ਫਲਾਣਾ ਕਰਿਆ ਸੀ, ਉਹਦੀ ਬਦਨਾਮੀ ਜੀ ਹੋ ਗਈ, ਫਿਰ ਮੈਂ ਫਲਾਣਾ ਕਰ ਲਿਆ, ਫਿਰ ਆਪੇ ਨਹੀਂ ਪੱਕਾ ਹੈ, ਆਪੇ ਨਹੀਂ ਪੱਕਾ ਹੈ। ਤੇ ਪਿਆਰਿਓ ਕਹਿਣ ਲੱਗੇ ਵੀ ਜਾਂ ਤੂੰ ਕਿਸੇ ਉੱਚੀ ਕੁੱਲ ਵਾਲੇ ਨੂੰ ਬਣਾ। ਕਹਿਣ ਲੱਗੇ ਨਹੀਂ ਮਹਾਰਾਜ, ਮੇਰਾ ਮਨ ਤੁਹਾਡੇ ਚਰਨਾਂ ਦੇ ਨਾਲ ਜੁੜ ਗਿਆ ਹੈ, ਮੈਂ ਹੁਣ ਕਿਤੇ ਨਹੀਂ ਜਾਣਾ, ਮੈਂ ਨਹੀਂ ਕਿਤੇ ਛੱਡ ਕੇ ਜਾਣਾ। ਖਹਿੜੇ ਪੈ ਗਈ ਮਹਾਰਾਜ ਜੀ ਦੇ। ਰਵਿਦਾਸ ਮਹਾਰਾਜ ਜੀ ਕਹਿਣ ਲੱਗੇ ਚੰਗਾ ਭਾਈ ਤੇਰੀ ਇੱਛਾ ਹੈ, ਦੇਖਿਆ ਵੀ ਇਹ ਪੱਕੀ ਹੈ,
ਇਹਦੇ ਅੰਦਰ ਜਜ਼ਬਾ ਜਾਗ ਪਿਆ ਭਗਤੀ ਕਰਨ ਦਾ। ਕਿਉਂਕਿ ਜਦੋਂ ਤੱਕ ਜੀਵ ਨੂੰ ਗਿਆਨ ਨਾ ਹੋਵੇ, ਜਦੋਂ ਤੱਕ ਜੀਵ ਨੂੰ ਸਮਝ ਨਾ ਆਵੇ, ਫਿਰ ਉਹ ਰਵਿਦਾਸ ਮਹਾਰਾਜ ਜੀ ਦੇ ਚਰਨਾਂ 'ਚ ਦੱਸਦੇ ਨੇ, ਕਹਿੰਦੇ ਕਿੰਨੇ ਹੀ ਦਿਨ ਸੇਵਾ ਕਰਦੀ ਰਹੀ ਉੱਥੇ। ਉਹਨੇ ਨਹੀਂ ਦੇਖਿਆ ਕੌਣ ਨੀਚ ਹੈ ਕੌਣ ਉੱਚ ਹੈ, ਉਹ ਸਿਰਫ ਤੇ ਸਿਰਫ ਉਹਨਾਂ ਦੀ ਸੇਵਾ ਦੇ ਵਿੱਚ, ਸੰਗਤਾਂ ਦੀ ਸੇਵਾ ਦੇ ਵਿੱਚ, ਇੱਥੇ ਤੱਕ ਕਿ ਕਹਿੰਦੇ ਝੂਠੇ ਭਾਂਡੇ ਵੀ ਮਾਂਜਦੀ ਰਹੀ ਉੱਥੇ। ਹੁਣ ਅੱਜ ਕੱਲ ਤਾਂ ਇੱਥੇ ਮਾੜਾ ਜਿਹਾ ਕੋਈ ਅਹੁਦਾ ਮਿਲ ਜਾਵੇ ਤੇ ਪਿਆਰੇ ਆਈ ਰੱਖ ਦਿੰਦਾ ਅਗਲਾ, ਚੰਗਾ ਵੀ ਲੈ ਜੀ ਚੱਕ ਕੇ ਗੁਰੂ ਘਰ ਆ ਕੇ, ਥੋੜਾ ਜਿਹਾ ਉਹਦਾ ਐਂ ਭਾਂਡੇ ਰੱਖ ਦਿੰਦਾ, ਲੈ ਜੀ ਚੱਕ ਕੇ, ਐਂ ਖੜ ਕੇ ਐਂ ਖੜ ਜੂਗਾ, ਅੱਛਾ ਝਾੜੂ ਮਾਰ ਦੋ ਫਿਰ ਇੱਥੇ। ਉਹ ਰਾਣੀ ਅੱਜ, ਕਿਉਂਕਿ ਜਿਹਨੇ ਕੁਝ ਬਣਨਾ ਹੈ ਪਿਆਰਿਓ, ਉਹ ਤਾਂ ਨਿਮਦ ਹੈ, ਉਹਦੇ ਅੰਦਰ ਤਾਂ ਦਾਸਾ ਭਾਵ ਆਉਂਦਾ ਹੈ, ਉਹ ਕੁਝ ਬਣਦਾ ਨਹੀਂ। ਮਿਟਾ ਦੇ ਆਪਣੀ ਹਸਤੀ ਕੋ ਅਗਰ ਮਰਤਬਾ ਚਾਹਤਾ ਹੈ, दाना खाक में मिलकर गुले गुलजार होता है। कहते झाली बाई सेवा करती रही ते प्यारिओ फिर कहन लगी महाराज जी कृपा कर दो। फिर रविदास महाराज जी ने मंत्र दिता। पुरातन समय दे विच अज भी मंत्र दिंदे साधु महात्मा, मंत्र दिता ते उहदा मन नूं शांति मिली ते खुशी खुशी रविदास जी कहते चल भाई हुण तू अपने महलां नूं अपने घर नूं चल, अपनी राजधानी दे विच चल। ये तां फकीरां दा दर है। ते प्यारिओ चली गई। रविदास महाराज जी उसे आनंद दे विच ने। काशी दे जिहड़े ब्राह्मण लोग सी उत्थे नहीं गई, उत्थों ही सिद्धी वो वापस हो गई। ते उन्हां नूं दुख लग्गिया, सारा ही जो लिआए सी सब रविदास जी दे चरनां 'च मत्था टेक गई। वो कहंदे सानूं तां कोई चढ़ावा ही नहीं होया। ईरखा हो गई कि नीच दे घर चली गई राणी हो के। ते हुणे जाके अपने राजे नूं दसदी है, मैं ऐसे संत दे दर्शन करे मेरा मन शांत हो गया, मैनूं आनंद आ गया। राजा कहंदा फिर मैं भी दर्शन करने चाहना। कहन लगी दर्शन करने ने रविदास महाराज जी नूं आपां इत्थे ही बुलाउणे आ, अपना नगर अपना राज पवित्र कराउणे आ। राजा कहन लगा ठीक है। चित्तौड़गढ़ दा राजा संदेशा भेजिया गया कि महाराज जी आप जी नूं चित्तौड़गढ़ दा राजा याद करदा है, आप जी कृपा करके दर्शन दिओ। आप जी दी सेवक झाली बाई बेनती करदी है, लिख के पत्र भेजे आके दर्शन दिओ। रविदास जी ने दिन दिता। काशी च फिर गल फैल गई। हुण तां इह राजे दे चरण पाउण चले है। ते ब्राह्मण लोकां ने की सोचिया, ਆਪਾਂ ਰਾਜੇ ਨੂੰ ਜਾ ਕੇ ਦੱਸਦੇ ਹਾਂ ਗਲਤ ਕਰ ਰਿਹਾ ਹੈ, ਉਹ ਇਹ ਨੀਚ ਹੈ, ਅਸੀਂ ਬ੍ਰਾਹਮਣ ਹੈ, ਬੁਲਾਉਣਾ ਸਾਨੂੰ ਚਾਹੀਦਾ। ਬੁਲਾਇਆ ਉਹਨੂੰ। ਹੁਣ ਰਾਜਾ ਕਹਿਣ ਲੱਗਿਆ ਠੀਕ ਹੈ ਝਾਲੀ ਤੇਰੇ ਗੁਰੂਆਂ ਨੇ ਆਉਣਾ, ਆਪਾਂ ਸਾਰੇ ਇਲਾਕੇ ਦੇ ਜਿੰਨੇ ਬ੍ਰਾਹਮਣ ਨੇ ਜਿੰਨੇ ਪੀਰ ਫਕੀਰ ਨੇ ਸਾਰਿਆਂ ਨੂੰ ਸੱਦਦੇ ਆ। ਆਪਾਂ ਇਕੱਲੇ ਉਹਨਾਂ ਨੂੰ ਨਹੀਂ, ਆਪਾਂ ਬ੍ਰਹਮ ਭੋਜ ਕਰਾਂਗੇ, ਆਪਣੇ ਗੁਰੂਆਂ ਨੇ ਆਉਣਾ। ਚਾਅ ਹੁੰਦਾ ਨੇ ਵੀ ਸਾਡੇ ਗੁਰੂਆਂ ਨੇ ਆਉਣਾ। ਸਾਰੇ ਇਲਾਕੇ ਦੇ ਬ੍ਰਾਹਮਣ ਬੁਲਾ ਲਏ, ਸਭ ਨੂੰ ਸੰਦੇਸ਼ੇ ਦੇਤੇ। ਦਿਨ ਰੱਖਿਆ ਗਿਆ कि ब्रह्म भोज करांगे। इधरले पंडित भी चले गए। पंडितां नूं जाके कहंदे आ गल है, वो नीच है। कहन लगे कोई ना, उत्थे दे पंडित कहंदे आपां रौला पा लांगे उत्थे। रविदास जी चले गए। 3 टाइम आया, ब्राह्मण आ गए, पंगतां लग गईयां। रविदास महाराज जी आ गए। ऐ पंगत दे विच पहला समा हुंदा सी पंगतां लगण दा, पंगतां 'च भोजन सकदे सी। ਹੁਣ ਤਾਂ ਜੇ ਕੋਈ ਅਖੰਡ ਪਾਠ ਕਰਾਉਂਦਾ ਕਹਿਣਾ ਇੰਨੀ ਖੇਚਲ ਕਿਹੜਾ ਕਰੂਗਾ, ਬਹਿਰੇ ਕਰ ਲੋ, ਟੈਂਟ ਲਾ ਦੋ, ਖੁਰਲੀਆਂ ਲਾ ਦੋ, ਆਪੀ ਚੱਕ ਚੱਕ ਖਾਈ ਜਾਣਗੇ ਝੂਠ ਮੂਠ ਜੀ। ਪਹਿਲਾਂ ਜੇ ਕਿਤੇ ਕੋਈ ਪਾਠ ਕਰਾਉਂਦਾ ਹੈ ਤਾਂ ਪੰਗਤਾਂ ਲਾ ਕੇ ਪੰਗਤ ਤੇ ਸੰਗਤ ਨੂੰ ਵੱਡਾ ਦਰਜਾ ਦਿੱਤਾ ਗਿਆ। ਹੁਣ ਤਾਂ ਕਹਿੰਦੇ ਨਿਬੇੜ ਦੋ ਕੰਮ, ਕੌਣ ਸੇਵਾ ਕਰੂ, ਆਰਟੀਫੀਸ਼ੀਅਲ ਚੱਲਣ ਦੋ, ਕਿਹੜਾ ਭਾਂਡੇ ਮਾਂਜੂਗਾ ਇੱਥੇ। ਕਿਉਂਕਿ ਪੁੰਨ ਤਾਂ ਸੇਵਾ ਦਾ ਮਿਲਦਾ ਨਾ। ਐ ਪੰਗਤਾਂ ਲੱਗਦੀਆਂ, ਐ ਪੰਗਤਾਂ ਲੱਗ ਗਈਆਂ, ਬ੍ਰਾਹਮਣ ਹੀ ਬ੍ਰਾਹਮਣ ਬੈਠ ਗਏ। ਤੇ ਰਵਿਦਾਸ ਜੀ ਆਏ। ਐ ਫੁੱਲਾਂ ਦੀ ਵਰਖਾ ਹੁੰਦੀ ਆਉਂਦੀ ਹੈ। ਤੇ ਪਿਆਰਿਓ ਇੱਕ ਪਾਸੇ ਰਵਿਦਾਸ ਜੀ ਦਾ ਇੱਕ ਪੰਗਤ ਦੇ ਵਿੱਚ ਆਸਣ ਲੱਗਿਆ ਸੋਹਣਾ ਸਜਾ ਕੇ। ਤੇ ਰਵਿਦਾਸ ਜੀ ਜਦੋਂ ਆ ਕੇ ਬੈਠ ਗਏ ਨਾ, ਤੇ ਪਿਆਰਿਓ ਜਦੋਂ ਲੱਗੇ ਪ੍ਰਸਾਦਾ ਪਰੋਸਣ ਨਾ, ਸਾਰੇ ਪੰਡਤ ਉੱਠ ਕੇ ਖੜੇ ਹੋ ਗਏ, ਅਸੀਂ ਨਹੀਂ ਖਾਣਾ। ਰਾਜਾ ਡਰ ਗਿਆ, ਕੀ ਗੱਲ ਹੋ ਗਈ ਪੰਡਿਤ ਜੀ, ਦੇਵਤਾ ਜੀ ਕੀ ਗੱਲ ਹੋ ਗਈ। ਬ੍ਰਾਹਮਣਾਂ ਦੀ ਬਹੁਤ ਪੂਜਾ ਸੀ ਉਸ ਸਮੇਂ ਦੇ ਵਿੱਚ। ਉਦੋਂ ਬ੍ਰਾਹਮਣ ਵੀ ਐਸੀ ਗੱਲ ਨਹੀਂ, ਕਰਮਕਾਂਡੀ ਹੁੰਦੇ ਸੀ, ਨਿਤਨੇਮੀ ਹੁੰਦੇ ਸੀ, ਗਾਇਤਰੀ ਮੰਤਰ ਦਾ ਜਾਪ ਕਰਦੇ ਸੀ।
ਹੁਣ ਤਾਂ ਸਮਾਂ ਹੀ ਕੁਝ ਹੋਰ ਹੋ ਗਿਆ। ਕਲਯੁਗ ਦਾ ਸਮਾਂ ਹੈ ਨਾ। ਗਊ ਜੋ ਵਿਸ਼ਟਾ ਭਗਤ ਹੈ ਵਿਪਰ ਤਮਾਕੂ ਭੰਗ ਸ਼ਾਸਤਰ ਬੰਦੇ ਦਰਸ਼ਨੀ ਜੇ ਕਲਯੁਗ ਕੇ ਰੰਗ। ਕਹਿੰਦੇ ਕਲਯੁਗ ਦੇ ਵਿੱਚ ਗਊਆਂ ਵਿਸ਼ਟਾ ਚੁਗਦੀਆਂ ਫਿਰਨਗੀਆਂ। ਅੱਜ ਫਿਰਦੀਆਂ ਨੇ, ਜੱਟ ਕੋਈ ਖੱਤੇ 'ਚ ਨਹੀਂ ਬਣ ਦਿੰਦਾ। ਫਿਰਦੀਆਂ ਨੇ ਕਿ ਨਹੀਂ ਫਿਰਦੀਆਂ? ਗਊ ਜੋ ਵਿਸ਼ਟਾ ਭਗਤ ਹੈ ਵਿਪਰ ਤਮਾਕੂ ਭੰਗ। ਕਹਿੰਦੇ ਜਿਹੜੇ ਬ੍ਰਾਹਮਣ ਲੋਕ ਨੇ ਉਹ ਤਮਾਕੂ ਵੇਚਦੇ ਤੇ ਖਾਂਦੇ ਨੇ। ਆਪਾਂ ਦੇਖਦੇ ਉਦੋਂ ਨਹੀਂ ਸੀ ਕੋਈ ਹੱਥ ਲਾਉਂਦਾ। ਸ਼ਾਸਤਰ ਬੰਦੇ ਦਰਸ਼ਨੀ ਜੇ ਕਲਯੁਗ ਕੇ ਰੰਗ। ਹੁਣ ਤਾਂ ਜਿੱਥੇ ਰੌਲਾ ਪਾਉਣਾ ਹੋਵੇ ਉੱਥੇ ਗ੍ਰੰਥਾਂ ਦਾ ਔਸਤ ਆਸਰਾ ਲੈ ਲੈਂਦੇ ਨੇ। ਦਿਖਾਵਾ ਜ਼ਿਆਦੇ ਹੋ ਗਿਆ, ਅੰਦਰ ਨਹੀਂ ਗੱਲ ਘੱਟ ਹੈ। ਤੇ ਪਿਆਰਿਓ ਹੁਣ ਬ੍ਰਾਹਮਣ ਉੱਠ ਕੇ ਖੜੇ ਹੋ ਗਏ। ਰਾਜਾ ਡਰ ਗਿਆ ਚਤੌੜ। ਕੀ ਗੱਲ ਹੋ ਗਈ? ਬ੍ਰਾਹਮਣ ਦੇਵਤਾ ਅਸੀਂ ਨਹੀਂ ਖਾਣਾ ਪ੍ਰਸਾਦਾ। ਕਿਉਂ? ਅਸੀਂ ਆ ਨੀਚ ਨਾ ਬੈਠ ਕੇ ਖਾਈਏ। ਸਾਡੀ ਪਹਿਲਾਂ ਪੰਗਤ ਹੁੰਦੀ ਹੈ, ਅਸੀਂ ਉੱਚੇ ਐ। ਹੁਣ ਰਵਿਦਾਸ ਮਹਾਰਾਜ ਜੀ, ਹੁਣ ਪਿਆਰਿਓ ਜੇ ਤਾਂ ਹੁੰਦਾ ਉੱਥੇ ਕੋਈ ਹੰਕਾਰੀ ਪੁਰਸ਼ ਹੁੰਦਾ ਮੈਂ ਇਹਨਾਂ ਦਾ ਗੁਰੂ ਆ, ਉਹ ਕੁਝ ਹੋਰ ਬੋਲਦਾ ਹੈ। ਰਵਿਦਾਸ ਮਹਾਰਾਜ ਜੀ ਨੇ ਸੋਚਿਆ ਵੀ ਆਪਾਂ ਰੌਲਾ ਨਹੀਂ ਪੈਣ ਦੇਣਾ, ਇਹਨਾਂ ਨੂੰ ਗਿਆਨ ਵੀ ਨਾਲ ਹੀ ਕਰਾ ਦੇਣਾ। ਰਵਿਦਾਸ ਜੀ ਉੱਠ ਕੇ ਖੜੇ ਹੋ ਗਏ। ਰਾਜੇ ਨਹੀਂ ਠੀਕ ਹੈ, ਠੀਕ ਕਹਿੰਦੇ ਨੇ, ਮੈਂ ਨੀਚ ਜਾਤੀ ਦਾ, ਇਹ ਸਾਰੇ ਉੱਚੀ ਜਾਤੀ ਦੇ ਨੇ, ਇਹਨਾਂ ਨੂੰ ਬਿਠਾ ਕੇ ਭੋਜਨ ਸਿਖਾਓ, ਮੈਂ ਵੀ ਨਾਲ ਲੱਗੂ। ਕਹ ਤੇਰੇ ਹੱਥ ਦਾ ਨਹੀਂ ਖਾਣਾ, ਚੱਲ ਪਰੇ। ਹੋਰ ਚੌੜੇ ਹੋ ਗਏ। ਤੇਰੇ ਹੱਥ ਦਾ ਨਹੀਂ ਖਾਣਾ ਨਾ, ਤੇਰੇ ਨਾਲ ਬਹਿ ਕੇ ਖਾਣਾ। ਜੇ ਇਹ ਬੈਠੂਗਾ, ਇਹ ਹੱਥ ਲਾਊ, ਅਸੀਂ ਨਹੀਂ ਭੋਜਨ ਸਕਣਾ ਕਿਸੇ ਨੇ। ਹਜ਼ਾਰਾਂ ਹੀ ਬ੍ਰਾਹਮਣ ਬੈਠਾ। ਰਵਿਦਾਸ ਜੀ ਕਹਿਣ ਲੱਗੇ ਅਸੀਂ ਬਾਹਰ ਚਲੇ ਜਾਂਦੇ, ਇਹਨੂੰ ਗੇਟ ਤੋਂ ਬਾਹਰ ਖੜਾਓ ਤਾਂ ਖਾਵਾਂਗੇ। ਰਵਿਦਾਸ ਜੀ ਕਹਿੰਦੇ ਬਾਹਰ ਹੀ ਖੜਦੇ ਆ। ਰਵਿਦਾਸ ਜੀ ਨੂੰ ਬਾਹਰ ਖੜਾਤਾ ਜਿੱਥੇ ਜੋੜੇ ਖੁੱਲੇ ਹੋਏ ਸੀ। ਉੱਥੇ ਖੜ ਗਏ। ਝਾਲੀ ਬਾਈ ਧਾਹਾਂ ਮਾਰਦੀ ਹੈ, ਰੋਂਦੀ ਹੈ, ਮੇਰੇ ਗੁਰੂ ਦਾ ਨਰਾਦਰ ਹੋ ਰਿਹਾ ਹੈ। ਧਾਹਾਂ ਮਾਰਦੀ ਹੈ ਪਿਆਰਿਆ। ਝੱਲਿਆ ਨਹੀਂ ਜਾਂਦਾ। ਜਿਹਦਾ ਪਿਆਰ ਹੁੰਦਾ ਗੁਰੂ ਦੇ ਨਾਲ, ਚਰਨਾਂ ਦੇ ਨਾਲ। ਜੋੜਿਆਂ 'ਚ ਖੜਾਤੇ, ਪੰਗਤਾਂ ਲੱਗ ਗਈਆਂ, ਪ੍ਰਸਾਦਾ ਪਰੋਸਿਆ ਗਿਆ। ਐ ਥੋੜੀ ਦੂਰ ਆਏ ਪੰਡਤ ਬੈਠੇ ਨੇ। ਤੇ ਪਿਆਰਿਓ ਜਦੋਂ ਨਾ ਉਹ ਲੱਗੇ ਪ੍ਰਸਾਦਾ ਸਕਣ ਆਪਣੀ ਅਰਦਾਸ ਕਰਕੇ, ਹੁਣ ਰਵਿਦਾਸ ਮਹਾਰਾਜ ਜੀ ਹਰ ਇੱਕ ਪੰਡਤ ਨੂੰ ਐਂ ਲੱਗਦਾ ਵੀ ਮੇਰੇ ਨਾਲ ਬੈਠੇ ਖਾਂਦੇ ਆ। ਪਰਮੇਸ਼ਰ ਦੀ ਲੀਲਾ ਹੈ, ਕਮਾਈ ਵਾਲਿਆਂ ਦੀ। ਨਹੀਂ ਦੂਆ ਹੁੰਦਾ ਉਹਨੇ ਤਾਂ ਪਹਿਲਾਂ ਹੀ ਝਗੜਾ ਕਰ ਲੈਣਾ। ਉਹ ਝਗੜਾ ਨਹੀਂ ਕਰਦੇ ਸਿਆਣੇ ਬੰਦੇ। ਥੋੜਾ ਬੋਲੇ ਥਿਰ ਰਹੇ, ਕਹੇ ਅਗਮ ਕੀ ਬਾਤ, ਅਨਹਦਪੁਰ ਮੇਂ ਆਰਤੀ ਕਰਤੇ ਹੈ ਦਰ ਰਾਤ। ਤੇ ਪਿਆਰਿਓ ਐ ਨਾਲ ਬੈਠੇ ਨੇ, ਸਾਰਿਆਂ ਨੂੰ ਐਂ ਲੱਗਦਾ ਵੀ ਮੇਰੇ ਨਾਲ ਬੈਠੇ ਖਾਂਦੇ ਨੇ। ਦੂਆ ਕਹਿੰਦਾ ਮੇਰੇ ਨਾਲ ਬੈਠੇ ਖਾਂਦੇ ਨੇ। ਇੱਕ ਪੰਡਤ ਉਹ ਤੂੰ ਇਹ ਮੇਰੇ ਨਾਲ ਬਿਠਾਤੇ, ਦੂਆ ਕਹਿੰਦਾ ਮੇਰੇ ਨਾਲ ਬਿਠਾਤੇ, ਅਗਲਾ ਕਹਿੰਦਾ ਮੇਰੇ ਨਾਲ ਬਿਠਾਤੇ। ਰਾਜਾ ਸੋਚਦਾ ਇਹ ਪੰਡਤ ਪਾਗਲ ਹੋ ਗਏ ਲੱਗਦੇ ਐ। ਇੱਥੇ ਰਵਿਦਾਸ ਤਾਂ ਹੈ ਹੀ ਨਹੀਂ, ਉਹ ਤਾਂ ਬਾਹਰ ਬੈਠੇ ਨੇ, ਉਹ ਤਾਂ ਬਾਹਰ ਬੈਠੇ ਨੇ, ਇੱਥੇ ਤਾਂ ਰਵਿਦਾਸ ਹੈ ਨਹੀਂ। ਤੇ ਪੰਡਤ ਰੌਲਾ ਪਾਉਂਦੇ ਨੇ। ਉਹ ਕਹਿੰਦਾ ਮੇਰੇ ਨਾਲ ਨਹੀਂ। ਰਾਜਾ ਕਹਿੰਦਾ ਇੱਕ ਨਾਲ ਹੋ ਸਕਦੇ ਆ, ਸਾਰਿਆਂ ਦੇ ਨਾਲ ਥੋੜੋ ਹੋ ਸਕਦੀ ਐ। ਪੰਡਤ ਹੈਰਾਨ ਹੋ ਗਏ ਵੀ ਇਹ ਕੀ ਲੀਲਾ ਹੈ। ਕਿਉਂਕਿ ਜਿਹੜੇ ਸਾਧੂ ਹੁੰਦੇ ਨੇ ਨਾ, ਫਕੀਰ ਹੁੰਦੇ ਨੇ, ਸੰਤ ਹੁੰਦੇ ਨੇ, ਉਹਨਾਂ ਦੀ ਗੱਲ ਪਰੇ ਦੀ ਹੁੰਦੀ ਹੈ ਪਿਆਰਿਓ, ਪਰੇ ਦੀ। ਕਿਉਂ? ਕਿਉਂਕਿ ਉਹ ਸਾਰਿਆਂ ਦੇ ਵਿੱਚੋਂ ਰਮਿਆ ਹੋਇਆ ਕਰਤਾਰ ਦੇਖਦੇ ਨੇ, ਸੰਸਾਰ ਪਰਿਵਾਰ ਦੇਖਦਾ, ਜਾਣ ਪਹਿਚਾਣ ਦੇਖਦਾ। ਉਹਨਾਂ ਲਈ ਸਾਰੇ ਇੱਕੋ ਜਿਹੇ ਹੋ ਜਾਂਦੇ ਨੇ। ਹੁਣ ਜਿਹੜਾ ਸਾਰਿਆਂ ਦੇ ਵਿੱਚ ਦੇਖਦਾ ਉਹ ਉਹਦੇ ਵਿੱਚ ਵੀ ਉਹੀ ਆ, ਉਹਦੇ ਵਿੱਚ ਵੀ ਉਹੀ ਹੈ। ਤੇ ਸਾਰਿਆਂ ਨੂੰ ਐਂ ਭਰਮ ਬਣਾਤਾ ਵੀ ਮੈਂ ਤੇਰੇ ਨਾਲ ਵੀ ਬੈਠਾ, ਤੇਰੇ ਨਾਲ ਵੀ, ਜੋ ਤੂੰ ਹੈ ਉਹੀ ਮੈਂ ਹੈ, ਸੋ ਹਮ। ਜਿਹੜਾ ਉਹ ਹੈ ਉਹੀ ਮੈਂ ਹੈ, ਦੂਜਾ ਤਾਂ ਹੈ ਹੀ ਨਹੀਂ ਕੋਈ। ਤੇ ਪੰਡਤ ਹੈਰਾਨ ਹੋ ਗਏ ਵੀ ਇਹ ਕੀ ਲੀਲਾ। ਪੰਡਤ ਨੀਵੀਆਂ ਪਾ ਕੇ ਖੜ ਗਏ। ਹੁਣ ਇੱਕ ਸਿਆਣਾ ਪੰਡਤ ਸੀ, ਉਹ ਧੋਖੇ ਦੇ ਵਿੱਚ ਆਪਾਂ ਨੂੰ ਸਰਾਪ ਲੱਗ ਜੂ, ਆਪਾਂ ਨੂੰ ਆਹ ਹੋ ਜੂ, ਉਹ ਗਲਤੀ ਨਾ ਕਰੋ, ਰਵਿਦਾਸ ਨੂੰ ਬੁਲਾਓ। ਰਵਿਦਾਸ ਜੀ ਨੂੰ ਬੁਲਾਇਆ ਗਿਆ। ਸਾਰੇ ਪੰਡਤ ਹੱਥ ਜੋੜ ਕੇ ਐਂ ਹੱਥ ਜੋੜੇ। ਰਵਿਦਾਸ ਮਹਾਰਾਜ ਜੀ ਕਹਿੰਦੇ ਹੱਥ ਨਾ ਜੋੜੋ, ਜਿਹੜਾ ਮੇਰੇ ਵਿੱਚ ਆ ਉਹ ਤੁਹਾਡੇ ਵਿੱਚ ਵਸਦਾ। ਤੁਸੀਂ ਕਿਉਂ ਭਰਮ ਦੇ ਵਿੱਚ ਪਏ ਹੋ? ਜਿਵੇਂ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਗਰੀਬਦਾਸ ਜੀ, ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਆਣ ਵਾਡ ਕਿਉਂ ਨਹੀਂ ਆਇਆ? ਜੇ ਤੂੰ ਬ੍ਰਾਹਮਣ ਤਾਂ ਜਾਇਆ, ਕਿਸੇ ਹੋਰ ਰਸਤੇ ਆਉਂਦਾ ਹੈ, ਸਾਰੇ ਇੱਕੇ ਰਸਤੇ ਆਏ ਆ। ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਆਣ ਵਾਡ ਕਿਉਂ ਨਹੀਂ ਆਇਆ? ਕੈਸੇ ਬ੍ਰਾਹਮਣ ਕੈਸੇ ਸੂਦਾ, ਏਕੇ ਹਾੜ ਚਾਮ ਤਨ ਬੂਦਾ।
ਸਾਰਿਆਂ ਦੇ ਵਿੱਚ ਉਹ ਜਿਹੀ ਜੋ ਵੀ ਸਰੀਰ ਹੈ ਨਾ, ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਵਸੇ ਵਿਚਾਰਾ। ਉਹ ਸਾਰਿਆਂ 'ਚ ਇੱਕੋ ਹੀ ਵਸਦਾ ਹੈ, ਸਾਰਿਆਂ ਦਾ ਇੱਕੋ ਜਿਹਾ ਹੀ ਸਰੀਰ ਹੈ, ਇੱਕੋ ਹੀ ਰੰਗ ਹੈ, ਸਾਰਿਆਂ ਦਾ ਖੂਨ ਦਾ। ਬ੍ਰਾਹਮਣ ਹੱਥ ਜੋੜ ਕੇ ਸਾਤੋਂ ਗਲਤੀ ਹੋ ਗਈ, ਫਿਰ ਨਾਲ ਬੈਠ ਕੇ ਭੋਜਨ ਛਕਾਇਆ। ਪਿਆਰਿਓ, ਆਪਾਂ ਨੇ ਇਹੀ ਭਰਮ ਕੱਢਣੇ ਨੇ, ਉੱਤੇ ਉੱਠਣਾ ਹੈ, ਆਪਾਂ ਸਾਰਿਆਂ 'ਚ ਕਰਤਾਰ ਦੇਖਣਾ ਹੈ। ਜਿੱਦੇ ਅਸੀਂ ਸਾਰਿਆਂ 'ਚ ਕਰਤਾਰ ਦੇਖਣ ਲੱਗੇ ਨਾ, ਫਿਰ ਝੂਠ ਕਿਹਦੇ ਨਾਲ ਬੋਲਾਂਗੇ? ਜਿਹਨੂੰ ਝੂਠ ਬੋਲਦੇ ਆ, ਜਦੋਂ ਇਹ ਦ੍ਰਿਸ਼ਟੀ ਹੋ ਗਈ ਜਿਹਨੂੰ ਝੂਠ ਤਾਂ ਮੈਂ ਰੱਬ ਨਾਲ ਬੋਲ ਰਿਹਾ, ਉਹਦੇ ਵਿੱਚ ਰੱਬ ਹੈ। ਮੈਂ ਹੇਰਾ ਫੇਰੀ ਕਿਹਦੇ ਨਾਲ ਕਰ ਰਿਹਾ? ਜਿਹਦੇ ਨਾਲ ਹੇਰਾ ਫੇਰੀ ਕਰਦਾ ਉਹਦੇ 'ਚ ਤਾਂ ਰੱਬ ਹੈ। ਜਿਹਨੂੰ ਮੈਂ ਲੁੱਟਣ ਦੀ ਕੋਸ਼ਿਸ਼ ਕਰ ਰਿਹਾ, ਕਿਹਨੂੰ ਕਰ ਰਿਹਾ? ਉਹਦੇ ਵਿੱਚ ਤਾਂ ਰੱਬ ਹੈ। ਕਹਿੰਦੇ ਉਦੇ ਗੱਲ ਬਾਨੀ ਹੈ, ਨਹੀਂ ਤਾਂ ਇਹ ਝਗੜੇ ਨੇ। ਸਾਨੂੰ ਜਿਵੇਂ ਸਮੁੰਦਰ ਦਾ ਪਰਲਾ ਕਿਨਾਰਾ ਨਹੀਂ ਦਿੰਦਾ, ਐਵੇਂ ਸਾਨੂੰ ਕੁਝ ਨਹੀਂ ਦਿੰਦਾ। ਬਸ ਸਿਰਫ ਤੇ ਸਿਰਫ ਪਰਿਵਾਰ ਉਹ ਐਸੀ ਚੂਲੀ ਭਰ ਭਰ ਪੀ ਜਾਂਦਾ ਤੇ ਦੁਖੀ ਹੋਈ ਜਾਂਦਾ। ਕਿਸੇ ਨੂੰ ਆਪਣਾ ਦੁਸ਼ਮਣ ਬਣਾਈ ਬੈਠਾ, ਕਿਸੇ ਨੂੰ ਦੋਸਤ ਬਣਾਈ ਬੈਠਾ। ਮਹਾਰਾਜ ਕਹਿੰਦੇ ਰਾਗ ਦਵੈਸ ਨਾ ਕਰਨਾ ਰੇ, ਉਸ ਦਰਗੇ ਲੇਖਾ ਭਰਨਾ ਰੇ। ਕਿਆ ਬੁੱਢਾ ਕਿਆ ਕਰਨਾ ਰੇ, ਸਾਹਿਬ ਸੇ ਨਹੀਂ ਅਰਨਾ ਰੇ। ਬਸ ਸਾਹਿਬ ਨਾ ਅੜਨ ਵਾਲੀ ਗੱਲ ਹੈ ਪਿਆਰਿਓ, ਜਦੋਂ ਅਸੀਂ ਰਾਗ ਦਵੈਸ ਦੇ ਵਿੱਚ ਫਸ ਜਾਂਦੇ ਹਾਂ। ਇਸ ਕਰਕੇ ਸਾਰਿਆਂ ਦੇ ਵਿੱਚ ਅਸੀਂ ਰੱਬ ਦੇਖਣਾ ਹੈ, ਪਰਮਾਤਮਾ ਦੇਖਣਾ ਹੈ। ਇਹ ਦਿਨ ਮਨਾਉਣ ਦਾ ਤਾਂ ਫਾਇਦਾ ਹੈ, ਬਾਣੀ ਪੜ੍ਹਨ ਦਾ ਤਾਂ ਫਾਇਦਾ, ਜੇ ਅਸੀਂ ਉਹਦੇ ਅਸੂਲਾਂ ਤੇ ਉਹਦੇ ਅਨੁਸਾਰ ਚੱਲਾਂਗੇ, ਫਿਰ ਸੰਸਾਰ ਦੇ ਵਿੱਚ ਜੈ ਜੈਕਾਰ ਹੋ ਜਾਣੀ ਹੈ। ਅੱਜ ਰਵਿਦਾਸ ਮਹਾਰਾਜ ਜੀ ਨੂੰ ਸਾਰਾ ਸੰਸਾਰ ਜਾਣਦਾ ਹੈ, ਉਹ ਰਾਜਿਆਂ ਨੂੰ ਕੋਈ ਜਾਣਦਾ ਨਹੀਂ। ਇਹ ਰਵਿਦਾਸ ਮਹਾਰਾਜ ਜੀ ਦੇ ਅਸੂਲਾਂ ਦੀ ਗੱਲ ਹੈ, ਉਹ ਨਿਰੰਕਾਰ ਦੀ ਰਜਾ ਦੇ ਵਿੱਚ ਰਹਿਣ ਦੀ ਗੱਲ ਹੈ। ਅਸੀਂ ਰਜਾ ਦੇ ਵਿੱਚ ਨਹੀਂ ਰਹਿੰਦੇ ਤੇ ਅਸੀਂ ਜਲਦੀ ਡੋਲ ਜਾਂਦੇ ਆ, ਤੇ ਸਾਡਾ ਜਿਹੜਾ ਮਨ ਹੈ ਉਹ ਚਲਾਏ ਮਨ ਰਹਿੰਦਾ ਹੈ। ਅਸੀਂ ਸੰਸਾਰ ਦੇ ਇਹ ਝੂਠੇ ਦਰਿਆ ਦੇ ਵਿੱਚ ਗੋਤੇ ਖਾਈ ਜਾਂਦੇ ਆ, ਕਦੇ ਦੁਖੀ ਕਦੇ ਸੁਖੀ, ਕਦੇ ਦੁਖੀ ਕਦੇ ਸੁਖੀ। ਉਹ ਐ ਜਿਵੇਂ ਹਿੱਲਦਾ ਨਾ ਸਮੁੰਦਰ, ਉਵੇਂ ਅਸੀਂ ਦੁਖੀ ਸੁਖੀ। ਪਰਲੇ ਪਾਸੇ ਦਾ ਸਾਨੂੰ ਪਤਾ ਨਹੀਂ, ਕਹਿਣੇ ਆ ਇਹ ਮਿੱਠਾ ਤੇ ਅਗਲਾ ਕਿਹਨੇ ਡਿੱਠਾ। ਇਹ ਕਹੀ ਜਾਂਦੇ ਆ ਖਾਓ ਪੀਓ, ਆਹੀ ਹੈ ਜਿਹੜਾ ਖਾ ਪੀ ਲਾਂਗੇ। ਹੁਣ ਵੋਟਾਂ ਵਾਲੇ ਦਾਰੂ ਵੰਡੀ ਜਾਂਦੇ ਨੇ ਘਰਾਂ 'ਚ, ਆਹੀ ਹੈ ਜਿਹੜੀ ਪੀ ਲਾਂਗੇ, ਫਿਰ ਕਿਹੜਾ 5 ਸਾਲ ਮਿਲਣੀ ਆ, ਲੈ ਲਓ ਲਾਹਜ ਨਾਲ। ਇਹ ਨਹੀਂ ਸੋਚਦੇ ਸਾਡਾ ਜੀਵਨ ਬਰਬਾਦ ਹੋ ਰਿਹਾ। ਤੁਸੀਂ ਸੰਸਕਾਰ ਚੰਗੇ ਪਾਓ। ਜੇ ਤੁਹਾਡੇ ਪਿੰਡ 'ਚ ਕੋਈ ਵੋਟਾਂ ਉਹਨੂੰ ਕਹੇ ਜਿੰਨੇ ਪੈਸੇ ਤੂੰ ਆ ਖਰਚ ਰਹੇ ਸਾਡੇ ਪਿੰਡ ਤੇ ਲਾ ਦੇ ਕਿਸੇ ਗਰੀਬਾਂ ਤੇ, ਆਪੇ ਵੋਟਾਂ ਪੈ ਜਾਣਗੀਆਂ। ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਉਸ ਪ੍ਰਮਾਤਮਾ ਦੇ ਨਾਲ ਜੁੜੋ, ਨਹੀਂ ਤਾਂ ਇਹ ਸੰਸਾਰ ਡੁੱਬਦਾ ਜਾ ਰਿਹਾ ਪਿਆਰਿਓ, ਡੁੱਬਦਾ। ਕਲਯੁਗ ਦੀ ਹਨੇਰੀ ਝੱਲੀ ਜਾਂਦੀ ਹੈ ਤੇ ਬਾਹਰਲੇ ਦੇਸ਼ ਸਾਡੇ ਨੂੰ ਕਿਉਂ ਉੱਪਰ ਨੇ? ਉਹ ਇਹ ਚੀਜ਼ਾਂ ਤੋਂ ਦੂਰ ਨੇ, ਅਸੀਂ ਇਹ ਚੀਜ਼ਾਂ 'ਚ ਫਸੇ ਹੋਏ ਆ। ਉੱਥੇ ਨਾ ਆਏ ਬਾਹਰਲੇ ਦੇਸ਼ ਆਏ ਨੇ ਜਿਵੇਂ ਦੇਵ ਭੂਮੀ ਹੁੰਦੀ ਹੈ, ਨਾ ਉੱਥੇ ਹੇਰਾ ਫੇਰੀ ਆ, ਨਾ ਝੂਠ ਹੈ, ਨਾ ਲੈਣਾ ਦੇਣਾ। ਕਿੰਨੇ ਲੋਕਾਂ ਉਹ ਸੱਤ ਉੱਤਰ, ਉਹ ਕਾਰਨ ਕੀ ਹੈ? ਅਸੀਂ ਇਹੀ ਚੀਜ਼ਾਂ 'ਚ ਫਸੇ ਹੋਏ ਆ, ਅਸੀਂ ਗਰਕਦੇ ਜਾਂਦੇ ਆ ਥੱਲੇ। ਜਦੋਂ ਇਹ ਚੀਜ਼ਾਂ ਤੋਂ ਉੱਪਰ ਉੱਠ ਖੜਾਂਗੇ ਸਾਡਾ ਜੀਵਨ ਸਫਲ ਹੋ ਜਾਊਗਾ। ਇਸ ਕਰਕੇ ਭਾਗਾਂ ਵਾਲਿਓ ਜਿਨ੍ਹਾਂ ਨੂੰ ਰਵਿਦਾਸ ਮਹਾਰਾਜ ਜੀ ਦਾ ਅਵਤਾਰ ਪੁਰਬ ਮਨਾਉਣ ਦਾ ਸਮਾਂ ਪ੍ਰਾਪਤ ਹੋਇਆ ਹੈ, ਐਂ ਨਾ ਕਰਿਆ ਕਰੋ ਵੀ ਸਾਲ ਦੇ ਵਿੱਚ ਇੱਕ ਦਿਨ ਅਸੀਂ ਹੋ ਗਏ ਇਕੱਠੇ। ਨਾ, ਰੋਜ਼ ਕੋਸ਼ਿਸ਼ ਕਰਿਆ ਕਰੋ ਕਿ ਅਸੀਂ ਗੁਰੂ ਦੇ ਦਰਸ਼ਨ ਕਰਕੇ ਆਈਏ। ਰੋਜ਼ ਕੋਸ਼ਿਸ਼ ਕਰਿਆ ਕਰੋ ਅਸੀਂ ਪ੍ਰਮਾਤਮਾ ਦਾ ਸਿਮਰਨ ਕਰੀਏ। ਤੇ ਇੱਕ ਡਾਇਰੀ ਲਾ ਲਓ ਤੇ ਲਿਖਿਆ ਕਰੋ ਵੀ ਅੱਜ ਕਿੰਨੀ ਵਾਰ ਝੂਠ ਬੋਲਿਆ, ਕਿੰਨੀ ਵਾਰ ਹੇਰਾ ਫੇਰੀ ਕਰੀ, ਕਿੰਨਿਆਂ ਨੂੰ ਮੈਂ ਧੋਖਾ ਦਿੱਤਾ। ਫਿਰ ਅੱਜ ਦੇ ਦਿਨ ਆ ਕੇ ਨਾ ਫਿਰ ਉਹਦਾ ਦੇਖਿਆ ਕਰੋ ਵੀ ਮੇਰੇ ਪੁੰਨ ਵੱਧ ਨੇ ਕਿ ਮੇਰੇ ਪਾਪ ਵੱਧ ਨੇ। ਇਸ ਕਰਕੇ ਪਿਆਰਿਓ ਰਵਿਦਾਸ ਮਹਾਰਾਜ ਜੀ ਦੇ ਜੀਵਨ ਤੋਂ ਅਸੀਂ ਜਾਂਚ ਸਿੱਖਣੀ ਹੈ। ਬੜੇ ਬੜੇ ਰਾਜੇ ਉਹਨਾਂ ਦੇ ਚਰਨਾਂ ਦੇ ਵਿੱਚ ਝੁਕ ਗਏ ਤੇ ਅਸੀਂ ਸੰਸਾਰ ਦੇ ਰਾਜਿਆਂ ਦੇ ਮਗਰ ਤੁਰੇ ਫਿਰਦੇ। ਚਰਨਾਂ ਦੇ ਵਿੱਚ ਝੁਕ ਗਏ ਤੇ ਰਵਿਦਾਸ ਮਹਾਰਾਜ ਦੀ ਜੈ ਜੈਕਾਰ ਸੰਸਾਰ ਦੇ ਵਿੱਚ ਹੋਈ। ਸੋ ਰਹੋ ਵਿਚਾਰ, ਇਤਨੀ ਹਾਜ਼ਰੀ ਪ੍ਰਵਾਨ ਕਰਿਓ। ਫਿਰ ਕਿਤੇ ਸਤਿਗੁਰੂ ਜੀ ਕਿਰਪਾ ਕਰਨਗੇ, ਸਮਾਂ ਬਖਸ਼ਣਗੇ। ਦਾਤੇ ਦੇ ਹੱਥ ਦੇ ਵਿੱਚ ਹੈ ਨਾ, ਬੰਦੇ ਦੇ ਹੱਥ 'ਚ ਕੁਝ ਨਹੀਂ, ਜੀਵ ਦੇ ਹੱਥ 'ਚ ਕੁਝ ਨਹੀਂ। ਫਿਰ ਕਿਤੇ ਸਤਿਗੁਰੂ ਜੀ ਕਿਰਪਾ ਕਰਨਗੇ, ਸਮਾਂ ਬਖਸ਼ਣਗੇ, ਬੈਠ ਕੇ ਵਿਚਾਰਾਂ ਕਰਾਂਗੇ। ਪਿਆਰਿਓ ਨਿਸ਼ਚਾ ਵਿਸ਼ਵਾਸ ਭਾਵਨਾ ਜ਼ਰੂਰੀ ਹੈ ਤੇ ਪ੍ਰਮਾਤਮਾ ਦੀ ਬਚਨ ਮੰਨਣੇ ਜ਼ਰੂਰੀ ਨੇ, ਹੁਕਮ ਮੰਨਣਾ ਜ਼ਰੂਰੀ ਹੈ। ਜੇ ਨਹੀਂ ਮੰਨਾਂਗੇ ਅਸੀਂ ਦੁਖੀ ਹੋਵਾਂਗੇ। ਇਸੇ ਕਰਕੇ ਗਰੀਬਦਾਸ ਮਹਾਰਾਜ ਜੀ ਕਹਿੰਦੇ ਜੇ ਤੇਰੇ ਉਪਜੇ ਨਹੀਂ ਤੋ ਸ਼ਬਦ ਸਾਖੀ ਸੁਣ ਲੈ। ਕਹਿੰਦੇ ਜੇ ਤੈਨੂੰ ਗਿਆਨ ਨਹੀਂ ਹੁੰਦਾ
ਫਿਰ ਤੂੰ ਕੋਈ ਸਾਖੀ ਕੋਈ ਸ਼ਬਦ ਸੁਣ, ਤੈਨੂੰ ਗਿਆਨ ਪੈਦਾ ਹੋਵੇ। ਕਥਾ ਕੀਰਤਨ ਕਲ ਵਿਖੈ ਭਵ ਸਾਗਰ ਕੀ ਨਾਭ, ਕਹੇ ਕਬੀਰ ਜਹ ਜਗਤ ਮੇਂ ਨਾਹੀ ਔਰ ਅਪਾਵ। ਭਾਈ ਕਥਾ ਕੀਰਤਨ ਸੁਣਿਆ ਕਰੋ, ਰੱਬ ਦੇ ਪਿਆਰਿਆਂ ਦੇ ਬਚਨ ਸੁਣਿਆ ਕਰੋ, ਤਾਂ ਜੋ ਜਿਹੜਾ ਸਾਡਾ ਮਨ ਹੈ ਉਹ ਸ਼ਾਂਤ ਹੋ ਜਾਵੇ। ਬੜਾ ਸੰਸਾਰ ਦੁਖੀ ਹੈ, ਭੁੱਜਿਆ ਪਿਆ ਅੱਗ ਦੇ ਵਿੱਚ। ਐਂ ਕਰੀ ਜਾਂਦੇ ਨੇ, ਫਲਾਣੇ ਨੇ ਮੇਰੇ ਤੇ ਕਰਾਤਾ, ਦੂਆ ਕਹਿੰਦਾ ਮੇਰੇ ਤੇ ਕਰਾਤਾ। ਚੱਲਦੀ ਹੈ ਨਾ ਇਹ ਗੱਲ? ਉਹ ਕਹਿੰਦਾ ਮੇਰੇ ਤੇ ਕਰਾਤਾ, ਉਹ ਕਹਿੰਦਾ ਮੇਰੇ ਤੇ ਕਰਾਤਾ, ਆਹ ਹੋ ਗਿਆ। ਇਹ ਤਾਂ ਥੱਲੇ ਵਾਲੀਆਂ ਗੱਲਾਂ ਨੇ। ਜੇ ਅਸੀਂ ਉਹਦੇ ਹੋ ਗਏ, ਉਹਦੇ ਹੁਕਮ 'ਚ ਚੱਲ ਪਏ, ਕਰਨ ਕਰਾਉਣ ਦੀਆਂ ਤਾਂ ਗੱਲਾਂ ਹੀ ਹਜ਼ਾਰਾਂ ਕੋ ਦੂਰ ਚਲੀਆਂ ਜਾਣਗੀਆਂ। ਉਹਦਾ ਤਾਂ ਸਾਹਿਬ ਰਾਖਾ ਹੋ ਜੂ, ਪ੍ਰਮਾਤਮਾ ਰਾਖਾ ਹੋ ਜੂਗਾ। ਇਸ ਕਰਕੇ ਪ੍ਰਭੂ ਦਾ ਸਿਮਰਨ ਕਰਿਆ ਕਰੋ, ਰਹੋ ਵਿਚਾਰ। ਆਓ ਇੱਕ ਧਾਰਨਾ ਪੜ੍ਹ ਕੇ ਪਰਮੇਸ਼ਰ ਨੂੰ ਇਹ ਬੇਨਤੀ ਕਰਨੀ ਹੈ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ ਨਾਨਕ ਚਾਹੋਏ। ਹੇ ਪ੍ਰਭੂ, ਮੈਂ ਤੇਰੇ ਗੁਣ ਗਾਵਾਂ, ਤੇਰਾ ਜਸ ਕਰਾਂ, ਤੇਰੇ ਰੰਗ ਦੇ ਵਿੱਚ ਰਤਿਆ ਜਾਵਾਂ। ਐਸੀ ਕਿਤੇ ਭਾਵਨਾ ਬਣਾਇਆ ਕਰੋ। ਪਰ ਇਹ ਭਾਵਨਾ ਬਾਨੀ ਉਦੋਂ ਹੀ ਹੈ ਜਦੋਂ ਅਸੀਂ ਸਾਧੂਆਂ ਦੀ, ਰੱਬ ਦੇ ਪਿਆਰਿਆਂ ਦੀ, ਬੰਦਗੀ ਵਾਲਿਆਂ ਦੀ ਸੰਗਤ ਕਰਾਂਗੇ। ਆਏ ਨਹੀਂ ਬਣਨੀ, ਸੰਸਾਰ ਦੀ ਸੰਗਤ ਕਰਨ ਦੇ ਨਾਲ ਨਹੀਂ ਬਣਨੀ, ਇਹ ਬੰਦਗੀ ਵਾਲਿਆਂ ਦੀ। ਤੁਸੀਂ ਤਾਂ ਭਾਗਾਂ ਵਾਲੇ ਹੋ। ਇਸ ਨਗਰ ਦੇ ਵਿੱਚ ਕਿੰਨੇ ਮਹਾਤਮਾ, ਮਹਾਰਾਜ ਜੀ ਦੀ ਕੁਟੀਆ ਦੇ ਵਿੱਚ ਭੂਰੀ ਵਾਲਿਆਂ ਦੀ, ਹੋਰ ਜਗ੍ਹਾ ਨੇ ਕਿੰਨੀਆਂ, ਇਹ ਨਗਰ ਦੇ ਵਿੱਚ ਕਿੰਨੇ ਸਤਸੰਗ ਹੁੰਦੇ ਨੇ। ਪਰ ਇੱਕ ਧਿਆਨ ਰੱਖਿਆ ਕਰੋ, ਸਤਸੰਗ ਧਿਆਨ ਦੇ ਨਾਲ ਸੁਣਿਆ ਕਰੋ, ਉਹਨੂੰ ਫਿਰ ਆ ਕੇ ਆਪਣੇ ਜੀਵਨ ਤੇ ਉਤਾਰਿਆ ਕਰੋ। ਤੇ ਪਿਆਰਿਓ, ਫਿਰ ਦੇਖੋ ਕੈਸਾ ਜੀਵਨ ਆਨੰਦਮਈ ਬਣਦਾ ਹੈ। ਆਓ ਇੱਕੇ ਬੇਨਤੀ ਕਰਨੀ ਹੈ, ਜਿਵੇਂ ਰਵਿਦਾਸ ਮਹਾਰਾਜ ਜੀ ਕਹਿੰਦੇ, ਬਹੁਤ ਜਨਮ ਵਿਸਰੇ ਥੇ ਵਾਤੋ। ਬੜਾ ਟਾਈਮ ਹੋ ਗਿਆ ਵਿਛੜਿਆ ਨੂੰ। ਬਾਣੀ ਕਹਿੰਦੀ ਹੈ ਨਾ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਏ, ਕਈ ਜਨਮ ਹੈ ਬਿਰਬਖਸ਼। ਪਤਾ ਨਹੀਂ ਕਿੰਨੀਆਂ ਜੁਨੀਆਂ ਭੁਗਤੀਆਂ ਆਪਾਂ ਨੇ, ਫਿਰ ਮਨੁੱਖਾ ਜਨਮ ਮਿਲਿਆ। ਬਾਣੀ ਕਹਿੰਦੀ ਹੈ, ਬਾਣੀ ਨੂੰ ਕੋਈ ਕੱਟ ਨਹੀਂ ਸਕਦਾ। ਤੇ ਅੱਗੇ ਨੂੰ ਵੀ ਜੇ ਜੀਵਨ ਬਣਾਉਣਾ ਹੈ, ਫਿਰ ਬੇਨਤੀਆਂ ਕਰਨੀਆਂ ਪੈਣਗੀਆਂ, ਜੀਵਨ ਉੱਚਾ ਤੇ ਸੁੱਚਾ ਕਰਨਾ ਪਊ। ਨਹੀਂ ਤਾਂ ਫਿਰ ਉਹ ਭੈੜੀਆਂ ਜੁਨੀਆਂ ਦੇ ਵਿੱਚ ਪੈ ਜਾਾਂਗੇ। ਹਰ ਕਾ ਸਿਮਰਨ ਛਾੜ ਕੇ ਕਰੇ ਆਣ ਕੀ ਆਸ, ਤੇ ਨਰ ਦੋਜਕ ਜਾਏਂਗੇ ਸਤ ਭਾਖੈ। ਰਵਿਦਾਸ ਜੇ ਉਹ ਪ੍ਰਮਾਤਮਾ ਨੂੰ ਨਾ ਜਾਣਿਆ, ਉਹ ਹਰੀ ਨੂੰ ਨਾ ਜਾਣਿਆ, ਜੋ ਮਾਟੀ ਕਾ ਮਹਿਲ ਹੈ ਖਾਕ ਮਿਲੇਗਾ ਧੂੜ। ਗੰਗਾਨੰਦ ਮਹਾਰਾਜ ਜੀ ਪੜ੍ਹਿਆ ਕਰਦੇ, ਜੋ ਮਾਟੀ ਕਾ ਮਹਿਲ ਹੈ ਖਾਕ ਮਿਲੇਗਾ ਧੂੜ, ਸਾਈਂ ਕੇ ਜਾਣੇ ਬਿਨਾ ਗਧਾ ਕੁੱਤਾ ਸੂਰ। ਕਹਿੰਦੇ ਫਿਰ ਭੈੜੀਆਂ ਜੁਨੀਆਂ ਪ੍ਰਾਪਤ ਹੋਣੀਆਂ ਨੇ। ਬਸ ਪਰਮੇਸ਼ਰ ਅੱਗੇ ਇਹ ਬੇਨਤੀ ਕਰਿਆ ਕਰੋ, ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਭਵ ਜਲ ਫੇਰ, ਮੁੜ ਕੇ ਨਾ ਆਉਣਾ ਪੈ ਜਾਵੇ। ਇਸੇ ਕਰਕੇ ਰਵਿਦਾਸ ਮਹਾਰਾਜ ਜੀ ਬਾਣੀ ਗਾਉਂਦੇ ਨੇ, ਜੀਵਨ ਉੱਚਾ ਤੇ ਸੁੱਚਾ ਹੈ। ਅਸੀਂ ਤਾਂ ਜੇ ਮਾੜੀ ਜੀ ਪ੍ਰਭਤਾ ਮਿਲ ਜਾਵੇ ਕੁਝ, ਅਸੀਂ ਤਾਂ ਸਾਡੀ ਤਾਂ ਭਾਸ਼ਾ ਹੀ ਚੇਂਜ ਹੋ ਜਾਂਦੀ ਹੈ। ਤੇ ਰਵਿਦਾਸ ਮਹਾਰਾਜ ਜੀ ਕਹਿੰਦੇ ਕਿ ਮਹਾਰਾਜ ਕਿਰਪਾ ਕਰੋ ਮੇਰੇ ਉੱਪਰ, ਦਇਆ ਕਰੋ, ਦਇਆ ਕਰੋ ਕੁਛ ਮਿਹਰੋ ਪਾਵੋ, ਡੁੱਬਦੇ ਪੱਥਰ ਤਾਰੇ। ਤੂੰ ਤਾਂ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਾ ਹੈ। ਇਸੇ ਕਰਕੇ ਰਵਿਦਾਸ ਮਹਾਰਾਜ ਜੀ ਕਹਿੰਦੇ, ਜੀਵਨ ਹੈ ਜਿਹੜਾ ਮੇਰਾ ਆਪਣੇ ਲੇਖੇ ਦੇ ਵਿੱਚ ਲਾ ਲਓ। ਕਹੇ ਰਵਿਦਾਸ ਆਸ ਲਗ ਜੀਵੂ ਚਿਰ ਪਿਓ ਦਰਸ਼ਨ ਦੇਖੇ। ਜੇ ਇੱਕ ਸਿਨ ਵੀ ਵਿਸਰਦਾ ਤਾਂ ਉਹ ਐਂ ਲੱਗਦਾ ਵੀ ਪਤਾ ਨਹੀਂ ਕਿੰਨਾ ਕੁ ਚਿਰ ਹੋ ਗਿਆ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਹਿ ਤੁਦੇ ਭਗਵੰਤਾ। ਐਸਾ ਪ੍ਰੇਮ ਅੰਦਰ ਜਾ ਗਿਆ ਵੇ। ਆਓ ਸਾਰੇ ਆਪਾਂ ਬੇਨਤੀ ਕਰੀਏ, ਕੋਈ ਰਸਨਾ ਖਾਲੀ ਨਾ ਰਹਿ ਜਾਵੇ। ਕੀ ਕਹਿਣਾ ਮਹਾਰਾਜ? ਆਪਣੇ ਚਰਨਾਂ ਦੇ ਨਾਲ ਜੋੜੋ, ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੋ। ਜਿੱਥੋਂ ਸ਼ੁਰੂ ਕਰਿਆ ਸੀ ਉਹੀ ਧਾਰਨਾ ਪੜ੍ਹ ਕੇ, ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ, ਲੇਖੇ ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ, ਲੇਖੇ ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ, ਜਨਮ ਤੁਮਾਰੇ ਲਿਖੇ, ਲਿਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲਿਖੇ, ਲਿਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ, ਲਿਖੇ
ਜਨਮ ਤੁਮਾਰੇ ਲਿਖੇ ਲਿਖੇ ਵਿਦਵਾਨੋ ਜੀ ਜਨਮ ਤੁਮਾਰੇ ਲਿਖੇ 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 ਜਨਮ ਜਨਮ ਤੁਮਾਰੇ ਲਿਖੇ 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 ਉਹ ਜਨਮ ਤੁਮਾਰੇ ਲਿਖੇ ਜਨਮ ਤੁਮਾਰੇ ਲਿਖੇ ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲੇਖੇ ਲੇਖੇ ਵਿੱਚ ਲਾ ਲੋ ਜਨਮ ਤੁਮਾਰੇ ਲੇਖੇ ਲਿਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲਿਖੇ ਲਿਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲਿਖੇ ਲਿਖੇ ਵਿੱਚ ਲਾਰੋ ਜੀ ਜਨਮ ਤੁਮਾਰੇ ਲਿਖੇ ਲਿਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲਿਖੇ ਬਹੁਤ ਜਨਮ ਸਰੇ ਬਿਸਰੇ ਥੇ ਮਾਰੇ ਜਨਮ ਤੁਮਾਰੇ ਲਿਖੇ ਰਵਿਦਾਸ ਆਪ ਆਪ ਰਗ ਦੀਵੋ ਸਿਰ ਪਿਉ ਦਰਸ਼ਨ ਇਹੀ ਬੇਨਤੀ ਕਰਨੀ ਹੈ ਪ੍ਰਭੂ ਸੱਚੇ ਪਾਤਸ਼ਾਹ ਇਹ ਜਨਮ ਆਪਣੇ ਲੇਖੇ ਲਾ ਲੈ ਬਹੁਤ ਚਿਰ ਹੋ ਗਿਆ ਭਟਕਦਿਆਂ ਨੂੰ ਪਰ ਇਹ ਗਿਆਨ ਮਿਲਣਾ ਸਾਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਵੱਧ ਤੋਂ ਵੱਧ ਸੰਗਤ ਕਰਿਆ ਕਰੋ ਰਹੋ ਵਿਚਾਰ ਆਓ ਸਾਰੇ ਗੁਰੂ ਸਤੋਤਰ ਦੇ ਵਿੱਚ ਬੋਲੋ ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਦੇਵ ਸਾਹਿਬ ਧਨ ਹੈ ਤਨ ਹੈ ਗੁਰੂ ਨਾਨਕ ਦੇਵ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਦੇਵ ਸਾਹਿਬ ਤਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਦੇਵ ਸਾਹਿਬ ਧਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਦੇਵ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਦੇਵ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਸਾਹਿਬ ਧਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਸਾਹਿਬ ਤਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਸਾਹਿਬ ਧਨ ਹੈ ਗੁਰੂ ਰਾਮਦਾਸ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਸਾਹਿਬ ਤਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਸਾਹਿਬ ਧਨ ਹੈ ਗੁਰੂ ਅਰਜਨ ਦੇਵ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਦੇਵ ਸਾਹਿਬ ਤਨ ਹੈ ਧਨ ਹੈ ਧਨ ਹੈ ਧਨ ਹੈ ਹਰ ਗੋਬਿੰਦ ਸਾਹਿਬ ਧਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਹਰਿਗੋਬਿੰਦ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਹਰਿਗੋਬਿੰਦ ਸਾਹਿਬ ਤਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ
ਸ੍ਰੀ ਹਰਿ ਰਾਏ ਸਾਹਿਬ ਧਨ ਹੈ। ਗੁਰੂ ਸ੍ਰੀ ਹਰਿ ਰਾਏ ਸਾਹਿਬ ਧਨ ਹੈ। ਗੁਰੂ ਸ੍ਰੀ ਹਰਿ ਰਾਏ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧਨ ਹੈ। ਤੇਰੀ ਸਾਧ ਸੰਗਤ ਵੀ ਧਨ ਹੈ। ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਸਿਮਰ ਰਾਗ ਹੋਏ ਦਾਈ ਦਾਇਆ ਮੇਲੇ ਸਗਲ ਜਗਤ ਜਗਿਓਂ ਬੁਰੀਆਂ ਰਾਜੇ ਧਰਮ ਦੂਰ ਕਰਮੀ ਆਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।